ਗੁਰੂ ਨਾਨਕ ਪਾਦ ਪੰਕਜ ਬੰਦਨ ਪਾਦ ਪੰਕਜ ਬੰਦਨ ਸਿਮਰੋ ਅੰਗਦ ਗੁਰ ਅਮਰਦਾਸ ਹਿਰਦੈ ਨਿਤ ਧਿਆਵੋ ਹਿਰਦੈ ਨਿਤ ਸ਼੍ਰੀ ਗੁਰੂ ਰਾਮਦਾਸ ਗੁਣ ਗੁਰੂ ਅਰਜਨ ਬਿਘਨਨ ਕੇ ਹਰ ਗੋਬਿੰਦ ਸ਼ੁਭ ਮਤ ਸ਼੍ਰੀ ਹਰਿ ਰਾਏ ਨਮੋ ਕਰ ਸ੍ਰੀ ਹਰਿ ਕ੍ਰਿਸ਼ਨ ਤੇਗ ਬਹਾਦਰ ਪਰਮ ਵਾਹਿਗੁਰੂ ਪਰਮ ਸ਼੍ਰੀ ਗੁਰੂ ਗੋਬਿੰਦ ਸਿੰਘ ਤਰੋ ਤਰਾ ਪਰ ਪੁਨ 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 ਸੀਸਾ ਬੰਦੋ ਬਾਰ ਬਾਰ ਜਗਦੀਸਾ ਏਕੰਕਾਰ ਸਤਿਗੁਰੂ ਤਿਹ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ ਹੈ। ਬਿਘਨ ਬਿਨਾਸਨ ਸੋਏ ਜਿਸ ਮਹਿ ਅੰਮ੍ਰਿਤ ਗਿਆਨ ਹੈ ਮਾਨਕ ਭਗਤ ਵੈਰਾਗ ਗੁਰੂ ਗ੍ਰੰਥ ਸਾਹਿਬ ਉਦਦ ਬੰਦੋ ਕਰ ਅਨੁਰਾਗ ਗੁਰੂ ਗ੍ਰੰਥ ਸਾਹਿਬ ਉਦਦ ਬੰਦੋ ਕਰ ਅਨੁਰਾਗ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਚੌਪਈ ਸੁਨ ਤਬ ਬੋਲਿਓ ਵਲੀ ਕੰਧਾਰੀ ਕੌਣ ਦੇਸ਼ ਤੇ ਤੂੰ ਤ੍ਰਿਖਾ ਭਾਰੀ ਆਹੇ ਏਕਲੋ ਕਹਿ ਕੇ ਸੰਗਾ ਇਤ ਦਿਸ਼ ਆਇਓ ਕਿਉਂ ਇਸ ਢੰਗਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰ ਤੇ ਸਨਮਾਨਯੋਗ ਗੁਰੂ ਸਵਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ, ਧੰਤਾ ਦੇ ਪਾਤਰ ਹੋ। ਜਗਤ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਗਰੀਬ ਨਵਾਜ ਪਾਤਸ਼ਾਹ ਦੇ ਪਵਿੱਤਰ ਚਰਨਾਂ 'ਚ ਸਾਹਿਬ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਪਵਿੱਤਰ ਪਾਵਨ ਦਰਬਾਰ ਅੰਦਰ ਹਾਜ਼ਰੀਆਂ ਭਰ ਕੇ ਇਕੱਤਰ ਹੋ ਕੇ ਦੂਸਰੇ ਪਾਤਸ਼ਾਹ ਬਾਬਾ ਫੇਰੂ ਨੰਦਨ ਤ੍ਰਿਹਣ ਕੁਲ ਸਿਰਮੌਰ ਜਗਤ ਗੁਰੂ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਜੀ ਮਹਾਰਾਜ ਜੀ ਦਾ ਪਾਵਨ ਪਵਿੱਤਰ ਪ੍ਰਕਾਸ਼ ਪੁਰਬ ਦਿਹਾੜਾ ਬਹੁਤ ਹੀ ਸ਼ਰਧਾ ਭਾਵਨਾ ਅਦਬ ਤੇ ਸਤਿਕਾਰ ਸਹਿਤ ਗੁਰੂ ਚਰਨਾਂ 'ਚ ਇਕੱਤਰ ਹੋ ਕੇ ਮਨਾਉਣਾ ਕਰ ਰਹੇ ਹੋ। ਅੱਜ ਦੇ ਦਿਨ ਮੱਤੇ ਦੀ ਸਰਾਂ ਵਿਖੇ ਬਾਬਾ ਫੇਰੂ ਮੱਲ ਜੀ ਦੇ ਗ੍ਰਹਿ ਵਿਖੇ ਸਤਿਕਾਰਯੋਗ ਮਾਤਾ ਦਇਆ ਕੌਰ ਜੀ ਦੇ ਉਦਰ ਤੋਂ ਸਨ 1504 ਈਸਵੀ ਨੂੰ
ਧੰਨ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਜੀ ਮਹਾਰਾਜ ਜੀ ਨੇ ਪ੍ਰਕਾਸ਼ ਧਾਰਨ ਕੀਤਾ ਤੇ ਪਰਿਵਾਰ ਨੇ ਨਾਮਕਰਨ ਕੀਤਾ ਭਾਈ ਲਹਿਣਾ। ਸਮਾਂ ਬੀਤਿਆ, ਖਡੂਰ ਸਾਹਿਬ ਆਣ ਬਿਰਾਜੇ। ਬਾਬਾ ਫੇਰੂ ਮੱਲ ਜੀ ਸੱਚਖੰਡ ਗਮਨ ਕਰ ਗਏ। ਜਵਾਲਾ ਜੀ ਦੀ ਯਾਤਰਾ ਨੂੰ ਜਾਂਦੇ ਸਨ। ਭਾਈ ਜੋਧ ਕੋਲੋਂ ਸਤਿਗੁਰਾਂ ਦੀ ਅੰਮ੍ਰਿਤਮਈ ਗੁਰਬਾਣੀ ਦਾ ਕੀਰਤਨ ਸੁਣਿਆ ਤੇ ਗੁਰੂ ਨਾਨਕ ਸਾਹਿਬ ਜੀ ਦੇ ਦਰਸ਼ਨਾਂ ਦੀ ਇੱਛਾ ਹੋਈ। ਸ਼੍ਰੀ ਕਰਤਾਰਪੁਰ ਸਾਹਿਬ ਮਹਾਰਾਜ ਜੀ ਦੇ ਚਰਨਾਂ ਵਿੱਚ ਭਾਈ ਲਹਿਣਾ ਜੀ ਹਾਜ਼ਰ ਹੋਏ। ਬਸ ਦਰਸ਼ਨ ਕਰਦਿਆਂ ਹੀ ਆਪਣਾ ਆਪ ਗੁਰੂ ਚਰਨਾਂ 'ਚ ਸਮਰਪਿਤ ਕਰ ਦਿੱਤਾ। ਨਾਲ ਦੇ ਸਾਥੀਆਂ ਨੂੰ ਕਿਹਾ, ਤੁਸੀਂ ਜਾਓ ਜਿੱਥੇ ਜਾਣਾ, ਮੈਨੂੰ ਜੋ ਚਾਹੀਦਾ ਸੀ ਇੱਥੋਂ ਮਿਲ ਗਿਆ। ਹੁਣ ਇਹ ਜਗ੍ਹਾ ਛੱਡ ਕੇ ਮੈਂ ਤਾਂ ਜਾਵਾਂ ਜੇ ਇੱਥੋਂ ਕੁਝ ਮਿਲਦਾ ਨਾ ਹੋਵੇ। ਉਹਾਂ ਤੋਂ ਜਾਈਏ ਜੋ ਇਹਾਂ ਨਾ ਹੋਏ। ਇੱਥੇ ਸਭ ਕੁਝ ਹੈ। ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਦੀ ਸੇਵਾ ਵਿੱਚ ਜੁੜ ਗਏ। ਸੇਵਾ ਕਰਦਿਆਂ ਕਰਦਿਆਂ, ਗੁਰੂ ਆਗਿਆ ਦੀ ਪਾਲਣਾ ਕਰਦਿਆਂ ਕਰਦਿਆਂ ਭਾਈ ਲਹਿਣਾ ਜੀ ਗੁਰੂ ਅੰਗਦ ਰੂਪ ਹੋ ਗਏ। ਦਿਨ ਆਇਆ ਐਸਾ ਕਿ ਜਿਸ ਦਿਨ ਗੁਰੂ ਨਾਨਕ ਪਾਤਸ਼ਾਹ ਨੇ 5 ਪੈਸੇ ਸ਼੍ਰੀ ਫਲ ਗੁਰੂ ਅੰਗਦ ਸਾਹਿਬ ਜੀ ਦੇ ਸਾਨਮੁਖ ਰੱਖ ਕੇ ਨਮਸਕਾਰ ਕੀਤੀ। 3 ਪਰਿਕਰਮਾ ਕੀਤੀਆਂ। ਵੇਖਣ ਵਾਲਿਆਂ ਨੇ ਆਖਿਆ, ਸੀ ਹੋ ਰਿਓ ਗੰਗ ਬਹਾਈ ਹੈ। ਦੁਨਿਆਈ ਆਖੈ ਕਿ ਕਿਉਂ, ਇਹ ਤਾਂ ਕੋਈ ਹੋਰ ਹੀ ਤਰੀਕੇ ਨਾਲ ਗੰਗਾ ਬਹਾ ਦਿੱਤੀ ਹੈ। ਸਿੱਖ ਨੂੰ ਗੁਰੂ ਨਮਸਕਾਰ ਕਰਦਾ ਪਿਆ, ਇਹ ਤਾਂ ਹੈਰਾਨੀ ਹੈ। ਗੁਰੂ ਨਾਨਕ ਸਾਹਿਬ ਸੱਚਖੰਡ ਗਮਨ ਕਰ ਗਏ। ਗੁਰੂ ਅੰਗਦ ਦੇਵ ਸਾਹਿਬ ਜੀ ਖਡੂਰ ਸਾਹਿਬ ਆਣ ਬਿਰਾਜੇ। ਖਡੂਰ ਸਾਹਿਬ ਤਕਰੀਬਨ 12 ਸਾਲ 7 ਮਹੀਨੇ ਤੇ ਸਤਿਗੁਰੂ ਜੀ ਨੇ ਗੁਰਤਾ ਗੱਦੀ ਤੇ ਰਹਿ ਕੇ ਗੁਰਿਆਈ ਕੀਤੀ। ਅਨੇਕਾਂ ਪ੍ਰਾਣੀਆਂ ਦੀ ਬੰਦ ਖਲਾਸੀ ਕੀਤੀ। 64 ਸ਼ਲੋਕ ਉਚਾਰਨ ਕੀਤੇ ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਬਾਣੀ ਵਿੱਚ ਦਰਜ ਹਨ। ਜੇ 100 ਚੰਦਾ ਉਗਵੈ ਸੂਰਜ ਚੜ੍ਹੈ 1000, ਏਤੇ ਚਾਨਣ ਹੁੰਦਿਆਂ ਗੁਰਬਿਨ ਘੋਰ ਅੰਧਾਰ। ਐਸੇ ਅੰਮ੍ਰਿਤਮਈ ਸ਼ਲੋਕ ਉਚਾਰਨ ਕਰਕੇ ਆਪਣੇ ਸਿੱਖਾਂ ਦੇ ਹਿਰਦਿਆਂ ਵਿੱਚ ਚਾਨਣਾ ਕੀਤਾ। ਇੱਕ ਸੇਵਕ ਦਾ ਸਿੱਖ ਦਾ ਗੁਰੂ ਨਾਲ ਕੈਸਾ ਪ੍ਰੇਮ ਹੈ ਉਚਾਰਦੇ ਨੇ, ਜਿਸ ਪਿਆਰੇ ਸਿਓ ਨੇਹੋ ਤਿਸ ਆਗੈ ਮਰ ਚੱਲੀਐ। ਤ੍ਰਿਗ ਜੀਵਨ ਸੰਸਾਰ ਤਾਂ ਕੈ ਪਾਛੈ ਜੀਵਣਾ। ਇੱਕ ਸਿੱਖ ਦਾ ਗੁਰੂ ਪ੍ਰਤੀ ਨਿਸ਼ਚਾ ਕੈਸਾ ਹੈ, ਭਰੋਸਾ ਕੈਸਾ ਹੈ। ਕਿਸ ਹੀ ਕੋਈ ਕੋਏ ਮੰਝ ਨਿਮਾਣੀ ਇੱਕ ਤੋਂ, ਕਿਉਂ ਨਾ ਮਰੀਜੈ ਰੋਏ ਜਾਂ ਲਗ ਚਿਤ ਨ ਆਵਹਿ। ਐਸੇ ਅੰਮ੍ਰਿਤ ਬਚਨ ਉਚਾਰਨ ਕਰਕੇ ਗੁਰੂ ਅੰਗਦ ਦੇਵ ਸਾਹਿਬ ਜੀ ਨੇ ਅਨੇਕਾਂ ਜੀਵਾਂ ਦੀ ਕਲਿਆਣ ਕੀਤੀ। ਐਸੇ ਦੀਨ ਦਿਆਲ ਸਤਿਗੁਰੂ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਜੀ ਮਹਾਰਾਜ ਗਰੀਬ ਨਵਾਜ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਪਾਵਨ ਪਵਿੱਤਰ ਪ੍ਰਕਾਸ਼ ਗੁਰਪੁਰਬ ਦਿਹਾੜੇ ਦੀਆਂ ਸਮੂਹ ਗੁਰੂ ਕੀਆਂ ਸਾਜੀਆਂ ਨਵਾਜੀਆਂ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਹੋਵਣ ਜੀ। ਸਤਿ ਸ੍ਰੀ ਅਕਾਲ। ਜਗਤ ਗੁਰੂ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਦੀ ਜਨਮ ਸਾਖੀ ਆਪ ਜੀ ਬਹੁਤ ਹੀ ਅਦਬ ਸਤਿਕਾਰ ਸ਼ਰਧਾ ਭਾਵਨਾ ਸਹਿਤ ਸਰਵਣ ਕਰ ਰਹੇ ਹੋ। ਪਾਤਸ਼ਾਹ ਜੀ ਕਸ਼ਮੀਰ ਦੇ ਇਲਾਕੇ 'ਚ ਬ੍ਰਹਮਦਾਸ ਨਾਮਕ ਬ੍ਰਾਹਮਣ ਨੂੰ ਜੋ ਵਿਦਿਆ ਅਭਿਮਾਨੀ ਸੀ ਉਪਦੇਸ਼ ਦੇ ਕੇ ਆਪਣਾ ਸੇਵਕ ਬਣਾਇਆ ਹੈ। ਧਰਮਸ਼ਾਲਾ ਦੀ ਸਥਾਪਨਾ ਕੀਤੀ ਹੈ। ਗੁਰਸਿੱਖੀ ਦੇ ਪ੍ਰਚਾਰ ਪ੍ਰਸਾਰ ਦਾ ਕੇਂਦਰ ਸਥਾਪਿਤ ਕਰਕੇ ਬ੍ਰਹਮਦਾਸ ਜੀ ਨੂੰ ਇੱਥੋਂ ਦਾ ਪ੍ਰਚਾਰਕ ਮੁਕਰਰ ਕੀਤਾ ਹੈ। ਕਸ਼ਮੀਰ ਵਿੱਚ ਹੋਰ ਅਨੇਕਾਂ ਥਾਈਂ ਚਰਨ ਪਾ ਕੇ ਅਨੇਕਾਂ ਜੀਵਾਂ ਦੀ ਕਲਿਆਣ ਕਰਦਿਆਂ ਕਰਦਿਆਂ ਸਿੰਧ ਦਰਿਆ ਤੋਂ ਤਕਰੀਬਨ 25 ਕੋਹ ਦੀ ਵਾਟ ਦੇ ਉੱਤੇ ਇੱਕ ਪਹਾੜ ਹੈ। ਉਸ ਪਹਾੜ ਦੇ ਨੇੜੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਆਣ ਬੈਠੇ ਨੇ।
ਭਾਈ ਮਰਦਾਨਾ ਜੀ ਨੂੰ ਪਿਆਸ ਲੱਗੀ, ਗੁਰੂ ਚਰਨਾਂ 'ਚ ਬੇਨਤੀ ਕੀਤੀ, ਮਹਾਰਾਜ ਜੇ ਕਿਤੇ ਇੱਥੇ ਪਾਣੀ ਦਾ ਪ੍ਰਬੰਧ ਹੋਵੇ ਤਾਂ ਦੱਸੋ, ਜੇ ਨਹੀਂ ਹੈ ਤੇ ਕਿਤੇ ਹੋਰ ਚੱਲੀਏ। ਸਤਿਗੁਰ ਆਖਿਆ, ਮਰਦਾਨਿਆ ਇਹ ਜਿਹੜਾ ਪਹਾੜ ਹੈ, ਇਸ ਪਹਾੜ ਦੇ ਸਿਖਰ ਤੇ ਇੱਕ ਵਲੀ ਕੰਧਾਰੀ ਨਾਮ ਦਾ ਪੀਰ ਰਹਿੰਦਾ ਹੈ। ਉਹਦੇ ਕੋਲ ਪਾਣੀ ਹੈ, ਜਲ ਹੈ, ਉਹਦੇ ਕੋਲੋਂ ਜਾ ਕੇ ਜਲ ਦੀ ਯਾਚਨਾ ਕਰੋ। ਭਾਈ ਸਾਹਿਬ ਭਾਈ ਮਰਦਾਨਾ ਜੀ ਗੁਰੂ ਆਗਿਆ ਲੈ ਕੇ ਪਹਾੜ ਤੇ ਚੜ੍ਹੇ। ਸਹਿਜੇ ਸਹਿਜੇ ਅੱਗੇ ਵਲੀ ਕੰਧਾਰੀ ਨੂੰ ਬੈਠਿਆਂ ਵੇਖਿਆ। ਇਹਦੇ ਨਾਲ ਹੀ ਇੱਕ ਪਾਣੀ ਦਾ ਛੋਟਾ ਜਿਹਾ ਤਾਲ ਇਹਨੇ ਪਾਣੀ ਰੋਕ ਕੇ ਆਪਣੇ ਕੋਲ ਰੱਖਿਆ ਹੋਇਆ ਸੀ। ਭਾਈ ਮਰਦਾਨਾ ਜੀ ਨੇ ਜਾ ਕਰਕੇ ਵਲੀ ਕੰਧਾਰੀ ਨੂੰ ਸਲਾਮ ਕੀਤੀ ਹੈ। ਵਲੀ ਕੰਧਾਰੀ ਭਾਈ ਮਰਦਾਨਾ ਜੀ ਨਾਲ ਵਾਰਤਾਲਾਪ ਕਰ ਰਿਹਾ ਹੈ। ਇਤਿਹਾਸ ਹਸਨ ਅਬਦਾਲ ਵਿੱਚ ਜੋ ਪਾਤਸ਼ਾਹ ਦਾ ਪਾਵਨ ਪਵਿੱਤਰ ਸਥਾਨ ਹੈ ਗੁਰਦੁਆਰਾ ਪੰਜਾ ਸਾਹਿਬ, ਉਸ ਪਾਵਨ ਪਵਿੱਤਰ ਇਤਿਹਾਸਕ ਸਥਾਨ ਦਾ ਇਤਿਹਾਸ ਮਹਾਕਵੀ ਕਵੀਰਾਜ ਭਾਈ ਸੰਤੋਖ ਸਿੰਘ ਜੀ ਜਨਮ ਸਾਖੀ ਦੇ ਵਿੱਚ ਵਰਣਨ ਕਰ ਰਹੇ ਹਨ। ਪੰਜਾ ਸਾਹਿਬ ਸਿੱਖੀ ਦਾ ਬੜਾ ਵੱਡਾ ਗੜ੍ਹ ਰਿਹਾ ਹੈ। ਕੱਲ੍ਹ ਇੱਕ ਬਜ਼ੁਰਗ ਦਾ ਮੈਨੂੰ ਫੋਨ ਆਇਆ, ਕਹਿਣ ਲੱਗੇ ਜੀ ਪੰਜਾ ਸਾਹਿਬ ਵਿਖੇ ਮੇਰਾ ਜਨਮ ਹੋਇਆ ਸੀ। ਮਹਾਰਾਜ ਜੀ ਦਾ ਬੜਾ ਹੀ ਸੁੰਦਰ ਦਰਬਾਰ ਹੈ ਔਰ ਜੋ ਪਾਵਨ ਸਰੋਵਰ ਹੈ ਜਿਹਦੇ ਵਿੱਚੋਂ ਸਤਿਗੁਰਾਂ ਨੇ ਜਲ ਕੱਢਿਆ ਸੀ ਗੁਰੂ ਨਾਨਕ ਸਾਹਿਬ ਜੀ ਨੇ, ਉਹ ਜਲ ਇਸ ਤਰ੍ਹਾਂ ਕੱਚ ਵਾਂਗੂ ਸੁੰਦਰ ਸਾਫ਼ ਹੈ ਕਿ ਸੂਈ ਪਈ ਹੋਈ ਵੀ ਵਿੱਚ ਨਜ਼ਰ ਆਉਂਦੀ ਹੈ, ਚਸ਼ਮਾ ਵਹਿੰਦਾ ਹੈ। ਪੰਜਾ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਲੱਗਾ ਹੋਇਆ ਹੈ। ਆਓ ਸਰਵਣ ਕਰੀਏ ਗੁਰੂ ਪਾਤਸ਼ਾਹ ਜੀ ਦੀ ਅੰਮ੍ਰਿਤਮਈ ਕਥਾ। ਗੁਰੂ ਚਰਨਾਂ ਵਿੱਚ ਹਾਜ਼ਰੀਆਂ ਲਵਾਉਂਦਿਆਂ ਰਸਨਾ ਪਵਿੱਤਰ ਕਰਦਿਆਂ ਆਖੀਏ ਜੀ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਚੌਪਈ ਸੁਨ ਤਬ ਬੋਲਿਓ ਵਲੀ ਕੰਧਾਰੀ। ਜਦੋਂ ਭਾਈ ਮਰਦਾਨਾ ਜੀ ਨੇ ਆ ਕੇ ਵਲੀ ਕੰਧਾਰੀ ਕੋਲੋਂ ਪਾਣੀ ਦੀ ਮੰਗ ਕੀਤੀ, ਸੁਣ ਕੇ ਅੱਗੋਂ ਵਲੀ ਕੰਧਾਰੀ ਬੋਲਿਆ, ਭਾਈ ਸਾਹਿਬ ਨੂੰ ਕਹਿਣ ਲੱਗਾ, ਕੌਣ ਦੇਸ਼ ਤੇ ਤੂੰ ਤ੍ਰਿਖਾ ਭਾਰੀ। ਕਹਿਣ ਲੱਗਾ, ਭਾਈ ਕਿਹੜੇ ਦੇਸ਼ ਤੋਂ ਆਇਆ ਚੱਲ ਕੇ, ਜਿਹਨੂੰ ਪਿਆਸ ਲੱਗੀ ਹੋਈ ਹੈ ਬਹੁਤ ਜ਼ਿਆਦਾ। ਕਿੱਥੋਂ ਆਇਆ ਚੱਲ ਕੇ, ਕਿਹੜੇ ਦੇਸ਼ ਵਿੱਚੋਂ ਆਇਆ ਹੈ। ਆਹੀ ਏਕ ਲੋਕੈ ਕਹਿ ਸੰਗਾ। ਇਕੱਲਾ ਹੀ ਆਇਆ ਹੈ ਕਿ ਨਾਲ ਤੇਰੇ ਕੋਈ ਤੇਰਾ ਸੰਗੀ ਸਾਥੀ ਵੀ ਹੈ। ਇਕੱਲਾ ਹੀ ਹੈ ਕਿ ਜਾਂ ਫਿਰ ਨਾਲ ਕੋਈ ਤੇਰੇ ਸਾਥੀ ਵੀ ਹਨ। ਇਤ ਦਿਸ਼ ਆਇਓ ਕਿਉਂ ਇਸ ਢੰਗਾ। ਇੱਥੇ ਕਿਵੇਂ ਆ ਗਿਆ, ਕਿਹੜੇ ਢੰਗ ਨਾਲ ਇੱਥੇ ਮੇਰੇ ਕੋਲ ਕਿਵੇਂ ਪਹੁੰਚ ਗਿਆ। ਮਰਦਾਨੇ ਸਭ ਕਿਓ ਬਿਰਤਾਂਤ। ਜਦੋਂ ਵਲੀ ਕੰਧਾਰੀ ਨੇ ਇਉਂ ਪੁੱਛਿਆ, ਸੁਣ ਕੇ ਭਾਈ ਸਾਹਿਬ ਭਾਈ ਮਰਦਾਨਾ ਜੀ ਬੋਲੇ, ਦੱਸਣ ਲੱਗੇ, ਤਪਾ ਗੁਰੂ ਨਾਨਕ ਬਖਿਆਤ। ਕਹਿਣ ਲੱਗਾ, ਪੀਰ ਜੀ ਸੁਣੋ, ਤਪਾ ਗੁਰੂ ਧੰਨ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ, ਜਿਨ੍ਹਾਂ ਦਾ ਨਾਮ ਸਾਰੇ ਜਗਤ ਵਿੱਚ ਵਿਦਤ ਹੈ, ਪ੍ਰਗਟ ਹੈ। ਦੇਸ਼ ਪੰਜਾਬ ਲਖੇ ਸਭ ਕੋਈ। ਪੂਰੇ ਪੰਜਾਬ ਦੇਸ਼ ਦੇ ਵਿੱਚ ਉਹ ਜਾਣੇ ਜਾਂਦੇ ਹਨ। ਮੇਰਾ ਵੀ ਦੇਸ਼ ਪੰਜਾਬ ਦੀ ਧਰਤੀ ਹੈ। ਵਿਚਰੇ ਜਿਤ ਕਿਤ ਥਲ ਅਵਲੋਈ। ਨਾਨਕ ਤਪਾ ਜੀ ਦੇ ਨਾਲ ਜਿਹੜੀ ਜਗ੍ਹਾ ਤੇ ਸਾਡੀ ਇੱਛਾ ਹੁੰਦੀ ਆ ਉੱਥੇ ਵਿਚਰਦੇ ਹਾਂ। ਉਹਨਾਂ ਦੀ ਜਿੱਥੇ ਜਾਣ ਦੀ ਮਨ ਦੀ ਕਾਮਨਾ ਹੁੰਦੀ ਆ ਉੱਥੇ ਜਾਂਦੇ ਨੇ ਔਰ ਮੈਂ ਉਹਨਾਂ ਦੇ ਨਾਲ ਹੀ ਵਿਚਰਦਾ ਹਾਂ। ਹਿੰਦੂ ਤੁਰਕ ਸਰਬ ਹੀ ਮਾਨੇ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਨੂੰ ਹਿੰਦੂ ਵੀ ਪੂਜਦੇ ਨੇ, ਮੁਸਲਮਾਨ ਵੀ ਪੂਜਦੇ ਨੇ। ਉਹ ਸਾਰਿਆਂ ਦੇ ਸਾਂਝੇ ਰਹਿਬਰ ਹਨ। ਇੱਕ ਗੁਰ ਕਹੇ ਇੱਕ ਪੀਰ ਬਖਾਨੇ। ਮੁਸਲਮਾਨ ਉਹਨਾਂ ਨੂੰ ਵਲੀ ਪੀਰ ਕਹਿ ਕੇ ਪੂਜਦੇ ਨੇ, ਹਿੰਦੂ ਉਹਨਾਂ ਨੂੰ ਗੁਰੂ ਕਹਿ ਕੇ ਪੂਜਦੇ ਤੇ ਨਮਸਕਾਰਦੇ ਹਨ। ਬੜ ਅਜ਼ਮਤੀ ਪਰੇ ਤਿਨ ਪਾਇਨ। ਬੜੇ ਬੜੇ ਅਜ਼ਮਤੀ, ਬੜੇ ਬੜੇ ਕਰਾਮਾਤੀ ਪੁਰਸ਼ ਜਿਹੜੇ ਆਪਣੇ ਆਪ ਨੂੰ ਕਹਾਉਂਦੇ ਸਨ ਜਾਂ ਹੈਣ, ਉਹ ਉਹਨਾਂ ਦੇ ਚਰਨਾਂ ਤੇ ਝੁਕ ਕੇ ਨਮਸਕਾਰਾਂ ਕਰਦੇ ਨੇ। ਮੇਰੇ ਵੇਖਦਿਆਂ ਬੜੇ ਬੜੇ ਵਲੀ ਕਰਾਮਾਤੀ
ਉਹਨਾਂ ਦੇ ਚਰਨਾਂ ਤੇ ਝੁਕੇ ਹਨ। ਧਰੇ ਅਗਾਰੀ ਬ੍ਰਿੰਦ ਉਪਾਇਨ, ਉਹਨਾਂ ਦੇ ਚਰਨਾਂ ਵਿੱਚ ਆਣ ਕੇ ਅਨੇਕਾਂ ਲੋਕ ਅਨੇਕ ਪ੍ਰਕਾਰ ਦੀਆਂ ਭੇਟਾਵਾਂ ਲਿਆ ਕੇ ਅਰਪਣ ਕਰਦੇ ਨੇ, ਨਮਸਕਾਰਾਂ ਕਰਦੇ ਹਨ। ਤਿਨ ਕੀ ਸੰਗ ਰਬਾਬੀ ਮੈਂ ਹੋ, ਐਸੇ ਗੁਰੂ ਨਾਨਕ ਸਾਹਿਬ ਜੀ ਜਿਨ੍ਹਾਂ ਨੂੰ ਤਪਾ ਨਾਨਕ ਕਿਹਾ ਜਾਂਦਾ ਹੈ, ਉਹਨਾਂ ਦੇ ਨਾਲ ਮੈਂ ਉਹਨਾਂ ਦਾ ਸੇਵਕ ਰਬਾਬੀ ਹਾਂ। ਮੈਂ ਉਹਨਾਂ ਦਾ ਰਬਾਬੀ ਹਾਂ, ਉਹਨਾਂ ਦੇ ਨਾਲ ਰਬਾਬ ਵਜਾਉਂਦਾ ਹਾਂ। ਸੁੰਦਰ ਸ਼ਬਦ ਗਾਵਨੇ ਕਹਿਓ, ਔਰ ਜਦੋਂ ਉਹ ਸ਼ਬਦ ਗਾਉਂਦੇ ਆ ਤਾਂ ਵੀ ਰਬਾਬ ਵਜਾਉਂਦਾ। ਕਦੇ ਮੇਰਾ ਮਨ ਕਰੇ ਤਾਂ ਉਹਨਾਂ ਦੀ ਉਚਾਰਨ ਕੀਤੀ ਹੋਈ ਬਾਣੀ ਨੂੰ ਗਾਇਨ ਕਰਦਾ ਤੇ ਨਾਲ ਰਬਾਬ ਵਜਾਉਂਦਾ ਹਾਂ। ਗਿਰ ਟਿਗ ਤਰੁ ਕੇ ਤਰਸੋ ਬੈਸੀ, ਮੈਂ ਉਹਨਾਂ ਦੇ ਨਾਲ ਆਇਆ ਹੋਇਆ। ਉਹ ਇਸ ਪਹਾੜ ਦੇ ਥੱਲੇ ਇੱਕ ਦਰਖਤ ਦੇ ਥੱਲੇ ਆਸਣ ਲਾ ਕੇ ਬੈਠੇ ਹਨ। ਦੇਹੋ ਜਲ ਮਮ ਪ੍ਰਸੰਗ ਹੈ ਐਸੀ, ਆ ਮੇਰਾ ਸਾਰਾ ਪ੍ਰਸੰਗ ਹੈ। ਇਹ ਮੈਂ ਆਪਣਾ ਸਾਰਾ ਬਿਰਤਾਂਤ ਤੁਹਾਨੂੰ ਦੱਸ ਦਿੱਤਾ। ਹੁਣ ਮੈਨੂੰ ਪੀਣ ਨੂੰ ਪਾਣੀ ਦੇ ਦਿਓ। ਮੈਂ ਆਪਣੇ ਬਾਰੇ ਤੁਹਾਨੂੰ ਸਭ ਕੁਝ ਦੱਸ ਦਿੱਤਾ। ਕੌਣ ਆ, ਕਿੱਥੋਂ ਆਇਆ ਹਾਂ, ਕਿਹਦੇ ਨਾਲ ਆਇਆ ਹਾਂ, ਕਿਵੇਂ ਆਇਆ ਹਾਂ, ਸਭ ਕੁਝ ਦੱਸ ਦਿੱਤਾ ਹੈ। ਹੁਣ ਵਲੀ ਕੰਧਾਰੀ ਜੀ ਕਿਰਪਾ ਕਰੋ, ਮੈਨੂੰ ਪੀਣ ਵਾਸਤੇ ਪਾਣੀ ਦੇ ਦਿਓ। ਕੀਰਤ ਜਦ ਸ੍ਰੀ ਗੁਰੂ ਉਚਾਰੀ, ਜਦੋਂ ਭਾਈ ਮਰਦਾਨਾ ਜੀ ਨੇ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਦੀ ਕੀਰਤੀ ਕੀਤੀ, ਸਤਿਗੁਰਾਂ ਦੀ ਵਡਿਆਈ ਕਹੀ, ਸਹਿ ਨਾ ਸਕਿਓ ਉਰ ਵਲੀ ਕੰਧਾਰੀ। ਵਲੀ ਕੰਧਾਰੀ ਨੇ ਸੁਣਿਆ, ਸੁਣ ਕੇ ਇਹਦੇ ਕੋਲੋਂ ਬਰਦਾਸ਼ਤ ਨਹੀਂ ਹੋਈ, ਕਿਉਂਕਿ ਹੰਕਾਰੀ ਸੀ ਕਿ ਮੈਂ ਬੜਾ ਵੱਡਾ ਪੀਰ ਹਾਂ। ਹੁਣ ਗੁਰੂ ਸਾਹਿਬ ਜੀ ਦੀ ਵਡਿਆਈ ਸੁਣ ਕੇ ਇਹਨੂੰ ਕਿੱਥੇ ਹਜਮ ਹੋਣੀ ਸੀ, ਬਰਦਾਸ਼ਤ ਹੋਣੀ ਸੀ। ਹੰਕਾਰੀ ਬੰਦੇ ਦੀ ਸਭ ਤੋਂ ਵੱਡੀ ਨਿਸ਼ਾਨੀ ਇਹ ਹੁੰਦੀ ਹੈ ਕਿ ਉਹ ਕਦੇ ਕਿਸੇ ਦੂਸਰੇ ਦੀ ਵਡਿਆਈ ਨਹੀਂ ਸੁਣ ਸਕਦਾ, ਦੂਸਰੇ ਦੀ ਵਹਿਮਾ ਨਹੀਂ ਸੁਣ ਸਕਦਾ। ਵਲੀ ਕੰਧਾਰੀ ਆਪ ਹੰਕਾਰੀ ਸੀ। ਗੁਰੂ ਸਾਹਿਬ ਜੀ ਦੀ ਵਡਿਆਈ ਜਦੋਂ ਭਾਈ ਮਰਦਾਨਾ ਜੀ ਨੇ ਕਹੀ, ਸੁਣ ਕੇ ਇਹਦੇ ਕੋਲੋਂ ਬਰਦਾਸ਼ਤ ਨਹੀਂ ਹੋਈ। ਇਹ ਸੁਣ ਕੇ ਬਰਦਾਸ਼ਤ ਨਹੀਂ ਕਰ ਸਕਿਆ, ਬੜਾ ਗੁੱਸੇ ਵਿੱਚ ਆਇਆ। ਜਿਮ ਦ੍ਰਿਗ ਦੁਖ ਤੇ ਸੰਕਟ ਪੈ ਹੈ, ਜਿਵੇਂ ਕਿਤੇ ਅੱਖਾਂ ਦੁਖਣੀਆਂ ਆਈਆਂ ਹੋਣ ਤੇ ਅੱਖਾਂ ਦੁਖਦੀਆਂ ਹੋਣ ਤੇ ਬਹੁਤ ਜ਼ਿਆਦਾ ਭਿਆਨਕ ਦੁੱਖ ਹੁੰਦਾ, ਦਰਦ ਹੁੰਦੀ ਹੈ। ਦੀਪਕ ਦੀਪਤ ਨੇ ਨਾ ਸੋਹੇ ਹੈ, ਅੱਖਾਂ ਦੁਖਣੇ ਆਈਆਂ ਹੋਣ ਨਾ ਤੇ ਉਸ ਵੇਲੇ ਦੀਵਾ ਬਲਦਾ ਹੋਵੇ ਤੇ ਚੰਗਾ ਨਹੀਂ ਲੱਗਦਾ, ਉਹਦੀ ਰੌਸ਼ਨੀ ਚੰਗੀ ਨਹੀਂ ਲੱਗਦੀ ਜਦੋਂ ਅੱਖਾਂ ਦੁਖਣੇ ਆਈਆਂ ਹੋਣ। ਇਹੀ ਹਾਲਤ ਇਸ ਵਲੀ ਕੰਧਾਰੀ ਦੀ ਸੀ। ਹੰਕਾਰੀ ਸੀ, ਗੁਰੂ ਸਾਹਿਬ ਦੀ ਵਡਿਆਈ ਦਾ ਦੀਵਾ ਇਹਨੂੰ ਚੰਗਾ ਨਹੀਂ ਲੱਗਾ। ਕਹੇ ਜੋ ਤਪਾ ਅਜ਼ਮਤੀ ਐਸੇ, ਕਹਿਣ ਲੱਗਾ ਚੰਗਾ ਵੀ ਮਰਾਸ਼ੀਆ, ਤੂੰ ਮਰਾਸ਼ੀ ਹੈ ਨਾ, ਤੇ ਕਹਿਣਾ ਮੈਂ ਰਬਾਬੀ ਹਾਂ ਔਰ ਤੇਰਾ ਤਪਾ ਨਾਨਕ ਬੜਾ ਅਜਮਤੀ ਹੈ। ਜੇ ਤੇਰਾ ਤਪਾ ਨਾਨਕ ਇਤਨਾ ਅਜਮਤੀ ਤੇ ਕਰਾਮਾਤੀ ਹੈ, ਕਿਉਂ ਨਾ ਮੰਗਵਾਏ ਜਲ ਜੈ ਬੈਸੇ। ਤੇ ਜਿੱਥੇ ਬੈਠੇ ਨੇ ਉੱਥੇ ਹੀ ਪਾਣੀ ਕਿਉਂ ਨਹੀਂ ਮੰਗਾ ਲੈਂਦੇ, ਜਲ ਉੱਥੇ ਹੀ ਕਿਉਂ ਨਹੀਂ ਮੰਗਾ ਲੈਂਦੇ, ਮੇਰੇ ਕੋਲ ਤੈਨੂੰ ਕਾਹਨੂੰ ਭੇਜਿਆ? ਜੇ ਤੇਰਾ ਤਪਾ ਨਾਨਕ ਇਤਨਾ ਹੀ ਅਜਮਤੀ ਹੈ ਤੇ ਫਿਰ ਜਿੱਥੇ ਉਹ ਬੈਠੇ ਨੇ ਉੱਥੇ ਬੈਠਿਆਂ ਜਲ ਕਿਉਂ ਨਹੀਂ ਮੰਗਾ ਲੈਂਦੇ? ਤੈਨੂੰ ਮੇਰੇ ਕੋਲ ਕਿਉਂ ਭੇਜਿਆ ਹੈ? ਜਿਸ ਮੈਂ ਅਜ਼ਮਤ ਕਹੀਂ ਗਹੀਰ, ਜਿਨ੍ਹਾਂ ਵਿੱਚ ਤੂੰ ਏਡੀ ਵੱਡੀ ਅਜ਼ਮਤ ਦੱਸਦਾ ਵੀ ਬੜੇ ਬੜੇ ਅਜ਼ਮਤੀ ਉਹਨਾਂ ਦੇ ਚਰਨੀ ਲੱਗੇ ਨੇ, ਜਿਨ੍ਹਾਂ ਦੀ ਤੂੰ ਇਤਨੀ ਵਡਿਆਈ, ਇਤਨੀ ਸੋਭਾ ਸੋਹਲੇ ਗਾਇਨ ਕਰ ਰਿਹਾ ਹੈ। ਸੰਗੀ ਇਮ ਜਾਚਤ ਫਿਰ ਨੀਰ, ਤੇ ਉਹਨਾਂ ਦੇ ਸੰਗੀ ਤੇਰੇ ਵਾਂਗੂ ਪਾਣੀ ਮੰਗਦੇ ਫਿਰਨੇ, ਕਿੱਥੋਂ ਦੀ ਅਜ਼ਮਤ ਹੋਈ ਉਹਨਾਂ ਦੀ? ਜਿਹੜੇ ਏਡੇ ਵੱਡੇ ਅਜਮਤੀ ਨੇ ਉਹਨਾਂ ਦੇ ਸੰਗੀ ਤੇਰੇ ਵਾਂਗੂ ਪਾਣੀ ਮੰਗਦੇ ਫਿਰਦੇ ਆ, ਜਲ ਮੰਗਦੇ ਫਿਰਦੇ ਆ। ਜੇ ਏਡਾ ਹੀ ਅਜਮਤੀ ਸੀ ਉੱਥੇ ਬੈਠਾ ਪਾਣੀ ਕਿਉਂ ਨਾ ਮੰਗਾ ਲੈਂਦਾ? ਉਚਿਤ ਤ੍ਰਿਖਾ ਤੁਰ ਕੋ ਜਲ ਦੇਣਾ, ਕਿਉਂਕਿ ਕਿਸੇ ਪਿਆਸੇ ਨੂੰ ਪਾਣੀ ਦੇਣਾ ਉਚਿਤ ਹੈ, ਯੋਗ ਹੈ। ਅਬ ਨੇ ਦਿਓ ਭਨੇ ਸੁਨ ਬੈਨਾ, ਮੇਰਾ ਤਾਂ ਮਨ ਪਹਿਲਾਂ ਸੀਗਾ ਵੀ ਤੈਨੂੰ ਪਾਣੀ ਦੇ ਦਿੰਦਾ, ਪਰ ਜਿਹੜੀਆਂ ਗੱਲਾਂ ਹੁਣ ਤੈਂ ਕੀਤੀਆਂ ਨੇ ਹੁਣ ਨਹੀਂ ਮੈਂ ਦਿੰਦਾ ਪਾਣੀ ਤੈਨੂੰ, ਜਾ ਚਲਾ ਜਾ ਇੱਥੋਂ। ਜੇ ਤੇਰਾ ਤਪਾ ਨਾਨਕ ਏਡਾ ਅਜਮਤੀ ਤੇ ਫਿਰ ਦੇਵੇ ਤੈਨੂੰ ਉਹੀ ਪਾਣੀ। ਪਹਿਲਾਂ ਮੈਂ ਤੈਨੂੰ ਪਾਣੀ ਦੇ ਦੇਣਾ ਸੀ, ਪਿਆਸੇ ਨੂੰ ਪਾਣੀ ਦੇਣਾ ਪਰਉਪਕਾਰ ਹੁੰਦਾ,
ਪਰ ਹੁਣ ਮੈਂ ਤੈਨੂੰ ਪਾਣੀ ਨਹੀਂ ਦਿੰਦਾ। ਸੁਨ ਮਰਦਾਨਾ ਤਾਂ ਕੀ ਆਇਸ। ਵਲੀ ਕੰਧਾਰੀ ਨੇ ਜਦੋਂ ਇਉਂ ਜਵਾਬ ਦੇ ਦਿੱਤਾ, ਭਾਈ ਮਰਦਾਨਾ ਜੀ ਨੇ ਸੁਣਿਆ। ਸਕਲਾ ਆਪਨ ਬਿਰਤੰਤ ਬਤਾਇਸ। ਆਪਣਾ ਸਾਰਾ ਬਿਰਤਾਂਤ ਦੱਸਿਆ। ਰਾਵਰ ਕੋ ਜਸ ਸੁਨ ਦੁਖ ਮਾਹਾ। ਵਾਪਸ ਆ ਗਏ ਭਾਈ ਮਰਦਾਨਾ ਜੀ। ਸਤਿਗੁਰਾਂ ਨੂੰ ਆ ਕੇ ਕਹਿਣ ਲੱਗੇ, ਮਹਾਰਾਜ ਵੀ ਉਹ ਤਾਂ ਬੜਾ ਕੁਰਖਤ ਤੇ ਬੜਾ ਕਠੋਰ ਪੀਰ ਹੈ। ਉਹਨੇ ਪਹਿਲਾਂ ਮੇਰਾ ਬਿਰਤਾਂਤ ਪੁੱਛਿਆ, ਮੈਂ ਆਪਣਾ ਸਾਰਾ ਬਿਰਤਾਂਤ ਵਿਥਿਆ, ਉਹਨੂੰ ਦੱਸੀ। ਤੁਹਾਡੀ ਵਡਿਆਈ ਕਹੀ ਤੇ ਮਹਾਰਾਜ ਤੁਹਾਡੀ ਵਡਿਆਈ ਸੁਣ ਕੇ ਉਹਦੇ ਕੋਲੋਂ ਜਰੀ ਨਹੀਂ ਗਈ। ਤੁਹਾਡਾ ਪ੍ਰਤਾਪ ਸੁਣ ਕੇ ਉਹਦੇ ਕੋਲੋਂ ਨਹੀਂ ਜਰਿਆ ਗਿਆ। ਜਿਵੇਂ ਕਿਸੇ ਦੀਆਂ ਅੱਖਾਂ ਦੁਖਣੇ ਆਈਆਂ ਹੋਣ ਤੇ ਉਹਨੂੰ ਦੀਵੇ ਦੀ ਲੋ ਚੰਗੀ ਨਹੀਂ ਲੱਗਦੀ, ਏਦਾਂ ਉਹਨੂੰ ਤੁਹਾਡੀ ਮਹਿਮਾ ਤੁਹਾਡਾ ਪ੍ਰਤਾਪ ਚੰਗਾ ਨਹੀਂ ਲੱਗਾ। ਜਨ ਬਿਰਹਨ ਮਨ ਸਸ ਬੋਦਾ। ਜਿਵੇਂ ਕਿਸੇ ਆਪਣੇ ਪਤੀ ਤੋਂ ਵਿਛੜੀ ਹੋਈ ਇਸਤਰੀ ਨੂੰ ਚੰਦਰਮਾ ਦੀ ਚਾਨਣੀ ਦੁੱਖ ਦਿੰਦੀ ਹੈ ਨਾ, ਇਉਂ ਤੁਹਾਡੀ ਸੋਭਾ ਉਹਨੂੰ ਦੁੱਖ ਦੇ ਰਹੀ ਸੀ। ਅਸ ਪੁਰਸ਼ੋਤਮ ਸੰਗ ਜਿਠਾਨਾ। ਕਹਿਣ ਲੱਗਾ, ਜੇ ਤੇਰੇ ਨਾਲ ਐਸੇ ਉੱਤਮ ਪੁਰਸ਼ ਨੇ, ਇਹੋ ਜੇ ਅਜਮਤੀ ਤਪਾ ਨਾਨਕ ਹਨ। ਜਲ ਜਾਚਿਤ ਵਿਚਰਤ ਬਹੁ ਥਾਨਾ। ਉਹ ਕਹਿੰਦੇ ਵੀ ਉਹਨਾਂ ਦਾ ਸਾਥੀ ਏਦਾਂ ਬਾਹਰ ਜਾ ਕੇ ਪਾਣੀ ਮੰਗਦਾ ਫਿਰੇ ਤੇ ਫਿਰ ਕਾਹਦੀ ਅਜਮਤ ਹੋਈ ਤੇਰੇ ਤਪੇ ਨਾਨਕ ਵਿੱਚ ਵੀ ਆਪਣੇ ਸਾਥੀ ਨੂੰ ਪਾਣੀ ਵੀ ਨਾ ਦੇ ਸਕੇ। ਮਹਾਰਾਜ ਇਸ ਤਰ੍ਹਾਂ ਦਾ ਤਾਨਾ ਉਹਨੇ ਮੈਨੂੰ ਮਾਰਿਆ। ਕਿਉਂ ਨਾ ਨਿਕਾਸੇ ਨਿਕਟ ਸੁਨੀਰਾ। ਉਹ ਕਹਿੰਦਾ ਵੀ ਉਹਨਾਂ ਦੇ ਕੋਲ ਜਲ ਹੈ ਤੇ ਫਿਰ ਉਹ ਜਲ ਆਪ ਕਿਉਂ ਨਹੀਂ ਕੱਢ ਲੈਂਦੇ? ਜੇ ਏਡੇ ਹੀ ਅਜਮਤੀ ਨੇ, ਉਹ ਆਪਣੀ ਅਜਮਤ ਨਾਲ ਹੀ ਜਲ ਕਿਉਂ ਨਹੀਂ ਪ੍ਰਗਟ ਕਰ ਲੈਂਦੇ? ਜੇ ਅਜ਼ਮਤ ਕਰ ਹੋਏ ਗਹੀਰਾ। ਜੇਕਰ ਉਹ ਅਜਮਤ ਵਿੱਚ ਗੁਣੀ ਗਹੀਰ ਨੇ ਤੇ ਫਿਰ ਉਹ ਜਲ ਆਪ ਪ੍ਰਗਟ ਕਰ ਲੈਣ। ਸ਼੍ਰੀ ਗੁਰੂ ਨਾਨਕ ਪੁਨ ਮੁਸਕਾਨੀ। ਜਦੋਂ ਭਾਈ ਮਰਦਾਨੇ ਨੇ ਇਉਂ ਸਤਿਗੁਰਾਂ ਨੂੰ ਆ ਕੇ ਦੱਸਿਆ, ਧੰਨ ਗੁਰੂ ਨਾਨਕ ਸਾਹਿਬ ਜੀ ਸੁਣ ਕੇ ਮੁਸਕਰਾ ਪਏ। ਭਨਿਓ ਸੋ ਤਿਸ ਕੇ ਮਾਨ ਮਹਾਨੀ। ਮਹਾਰਾਜ ਜੀ ਬੋਲੇ, ਕਹਿਣ ਲੱਗੇ, ਮਰਦਾਨਿਆਂ ਵਲੀ ਕੰਧਾਰੀ ਨੂੰ ਮਾਣ ਬਹੁਤ ਹੈ। ਉਹਦੇ ਮਨ ਵਿੱਚ ਮਾਣ ਹੈ, ਹੰਕਾਰ ਹੈ। ਸਹਿ ਨਾ ਸਕੈ ਅਪਰ ਬੜਾਈ। ਜਿਹੜਾ ਮਾਨੀ ਬੰਦਾ ਹੁੰਦਾ, ਹੰਕਾਰੀ, ਉਹ ਕਿਸੇ ਦੂਸਰੇ ਦੀ ਵਡਿਆਈ ਸਹਿ ਨਹੀਂ ਸਕਦਾ। ਹੰਕਾਰੀ ਮਨੁੱਖ ਕਿਸੇ ਦੂਸਰੇ ਦੀ ਵਡਿਆਈ ਬਰਦਾਸ਼ਤ ਨਹੀਂ ਕਰ ਸਕਦਾ। ਇਹੀ ਹੰਕਾਰੀ ਦੀ ਸਭ ਤੋਂ ਵੱਡੀ ਖਾਮੀ ਹੈ। ਮਤ ਸਰ ਪਾਵਕ ਤੇ ਤਪਤਾਈ। ਹੰਕਾਰੀ ਮਨੁੱਖ ਈਰਖਾ ਦੀ ਅੱਗ ਦੇ ਵਿੱਚ ਸੜਦਾ ਹੈ। ਈਰਖਾ ਤੇ ਹੰਕਾਰ ਦੀ ਅੱਗ ਦੇ ਵਿੱਚ ਹੰਕਾਰੀ ਮਨੁੱਖ ਸੜਦਾ ਤੇ ਭੁੱਜਦਾ ਹੈ। ਤੁਰਕ ਰੂਪ ਤੂੰ ਤੈਂ ਟਿਗ ਜੈ ਕੈ। ਤੇ ਤੇਰੇ ਤੂੰ ਮਿਰਾਸ਼ੀ ਸੀ ਮਰਦਾਨਿਆ, ਉਹ ਵੀ ਮੁਸਲਮਾਨ ਹੈ, ਤੇਰਾ ਵੀ ਉਸੇ ਦੇ ਭਾਈਚਾਰੇ ਦੇ ਸਰੀਰ ਵਿੱਚ ਜਨਮ ਹੋਇਆ। ਜਲ ਜਾਚੋ ਪੀਵੋ ਤ੍ਰਿਪਤੈ ਕੈ। ਤੇ ਤੇਰੇ ਨਾਲ ਤਾਂ ਉਹਨੂੰ ਸਨੇਹ ਕਰਨਾ ਚਾਹੀਦਾ ਸੀ। ਠੀਕ ਹੈ, ਦੂਜਿਆਂ ਪ੍ਰਤੀ ਉਹਦੇ ਮਨ 'ਚ ਬੇਗਾਨਾ ਭਾਵ ਹੋ ਸਕਦਾ ਸੀ, ਤੇਰੇ ਪ੍ਰਤੀ ਤਾਂ ਉਹਨੂੰ ਆਪਣਾਤਾ ਆਉਣੀ ਚਾਹੀਦੀ ਸੀ। ਮਰਦਾਨਿਆ, ਜਾ ਇੱਕ ਵਾਰੀ ਫੇਰ ਦੁਬਾਰਾ ਜਾ ਕੇ ਫਿਰ ਉਹਦੇ ਕੋਲੋਂ ਜਲ ਦੀ ਮੰਗ ਕਰ। ਤੁਰਕ ਤੁਰਕ ਸੋ ਰਾਖੇ ਪਾਏ। ਤੇਰੇ ਨਾਲ ਉਹਨੂੰ ਸਨੇਹ ਕਰਨਾ ਚਾਹੀਦਾ, ਤੇਰੇ ਨਾਲ ਉਹਨੂੰ ਪ੍ਰੇਮ ਕਰਨਾ ਚਾਹੀਦਾ ਸੀ। ਨਿਮਰ ਹੋਏ ਲੀਜੇ ਜਲ ਜਾਏ। ਮਰਦਾਨਿਆ, ਤੂੰ ਉਹ ਜੋ ਮਰਜ਼ੀ ਆਖੇ, ਤੂੰ ਵਿਨਿਮਰ ਭਾਵ ਨਾਲ ਬੇਨਤੀ ਕਰਕੇ ਉਹਦੇ ਕੋਲੋਂ ਪਾਣੀ ਦੀ ਮੰਗ ਕਰੀ। ਗੁਰ ਆਇਸ ਤੇ ਪੁਨ ਮਰਦਾਨਾ। ਭਾਈ ਸਾਹਿਬ ਕੈਸੇ ਆਗਿਆਕਾਰੀ ਸੇਵਕ ਨੇ ਗੁਰਦੇਵ ਦੇ। ਦੂਸਰੀ ਵੇਰ ਪਾਤਸ਼ਾਹ ਨੇ ਹੁਕਮ ਫਰਮਾਇਆ ਤੇ ਕਹਿੰਦੇ, ਮਹਾਰਾਜ ਸਤ ਬਚਨ ਮੈਂ ਚਲਾ ਜਾਂਦਾ ਹਾਂ। ਭਾਈ ਸਾਹਿਬ ਮਹਾਰਾਜ ਜੀ ਕੋਲੋਂ ਆਗਿਆ ਲੈ ਕੇ ਦੁਬਾਰਾ ਫੇਰ ਗਏ। ਗਇਓ ਪੀਰ ਟਿਗ ਬਾਕ ਬਖਾਨਾ। ਪੀਰ ਵਲੀ ਕੰਧਾਰੀ ਕੋਲ ਜਦੋਂ ਦੁਬਾਰਾ ਪਹੁੰਚੇ ਤੇ ਜਾ ਕੇ ਭਾਈ ਮਰਦਾਨਾ ਜੀ ਬੋਲੇ, ਕਹਿਣ ਲੱਗੇ, ਪਾਨ ਦਾਨ ਕੋ ਫਲ ਅਧਿਕਾਈ। ਪੀਰ ਜੀ, ਵਲੀ ਕੰਧਾਰੀ ਜੀ, ਪਾਣੀ ਦਾ ਦਾਨ ਕਰਨ ਦਾ ਬੜਾ ਵੱਡਾ ਪੁੰਨ ਹੈ। ਜਲ ਦਾਨ ਕਰਨਾ, ਕਿਸੇ ਪਿਆਸੇ ਨੂੰ ਜਲ ਪਿਲਾਉਣਾ, ਇਹਦੇ ਵਰਗਾ ਪਰਉਪਕਾਰ ਕਿਹੜਾ ਹੋ ਸਕਦਾ ਸੰਸਾਰ ਵਿੱਚ? ਪਾਣੀ ਦਾ ਦਾਨ ਕਰਨਾ ਬੜਾ ਵੱਡਾ ਦਾਨ ਹੈ। ਹਾਂਜੀ, ਇਹਾਂ ਨ ਟਿਗ ਹੈ
ਪਿਖੀ ਸਥਾਈ। ਮੈਨੂੰ ਦੁਬਾਰਾ ਤੇਰੇ ਕੋਲ ਚੱਲ ਕੇ ਆਉਣਾ ਪਿਆ, ਮੇਰੀ ਮਜਬੂਰੀ ਹੈ, ਕਿਉਂਕਿ ਇੱਥੇ ਨੇੜੇ ਤੇੜੇ ਮੈਂ ਸਾਰੀਆਂ ਥਾਵਾਂ ਵੇਖ ਲਈਆਂ ਨੇ, ਕਿਤੋਂ ਪਾਣੀ ਨਹੀਂ ਮਿਲਿਆ, ਕਿਤੋਂ ਜਲ ਨਹੀਂ ਮਿਲਿਆ। ਜਲ ਦਾ ਇੱਕ ਇਹ ਛੋਟਾ ਜਿਹਾ ਜਿਹੜਾ ਕੁੰਟ ਹੈ ਤੇਰੇ ਪਾਸ ਹੈ, ਤੇ ਇਹਦੇ ਵਿੱਚੋਂ ਜੇ 2 ਘੁੱਟਾਂ ਪਾਣੀ ਪੀਣ ਨੂੰ ਦੇ ਦੇਵੇਂਗਾ, ਤੇਰਾ ਕਿਹੜਾ ਇੱਥੇ ਜਲ ਘਟ ਜਾਣਾ, ਸੋਮਾ ਮੁੱਕ ਜਾਣਾ। ਤੂੰ ਕਿਉਂ ਇਸ ਪ੍ਰਕਾਰ ਇਨਕਾਰ ਕਰਦਾ ਹੈ? ਪਾਣੀ ਹੀ ਮੰਗਿਆ ਤੇਰੇ ਕੋਲੋਂ, ਕੋਈ ਬਹੁਤ ਕੀਮਤੀ ਸ਼ੈ ਤਾਂ ਨਹੀਂ ਮੰਗ ਲਈ। ਜਲ ਦਾ ਦਾਨ ਤਾਂ ਵੈਸੇ ਵੀ ਕਰਨਾ ਚਾਹੀਦਾ, ਪਰਉਪਕਾਰੀ ਬਿਰਤੀ ਹੋਣੀ ਚਾਹੀਦੀ ਹੈ। ਸੁਨ ਕਰ ਕ੍ਰੋਧ ਹਟਾਏ ਸੋ ਫੇਰ। ਵਲੀ ਕੰਧਾਰੀ ਬੜਾ ਗੁੱਸੇ ਚ ਅੱਗ ਭਮੂਲਾ ਹੋਇਆ ਬੈਠਾ ਸੀ ਵੀ ਮੇਰੇ ਇਲਾਕੇ ਚ ਆ ਕੇ ਮੇਰੇ ਸਾਹਮਣੇ ਏਡੇ ਵੱਡੇ ਪੀਰ ਦੇ ਕਿਸੇ ਦੂਜੇ ਦੀ ਸੋਭਾ ਕਰਕੇ ਫਿਰ ਮੇਰੇ ਕੋਲੋਂ ਪਾਣੀ ਮੰਗੇ। ਮੈਂ ਨਹੀਂ ਇਹਨੂੰ ਜਲ ਦੀ ਬੂੰਦ ਦੇਣੀ। ਮੇਰੇ ਇਲਾਕੇ 'ਚ ਮੇਰੇ ਤੋਂ ਇਲਾਵਾ ਦੂਜੇ ਦੀ ਸੋਭਾ ਕਿਵੇਂ ਹੋ ਜਾਏ? ਇਹਨੂੰ ਇਸ ਗੱਲ ਦਾ ਗੁੱਸਾ ਸੀ। ਇੱਥੇ ਮੇਰੀ ਵਡਿਆਈ ਹੋਣੀ ਚਾਹੀਦੀ ਸੀ, ਇਲਾਕਾ ਮੇਰਾ, ਜਗ੍ਹਾ ਮੇਰੀ ਹੈ। ਬੜਾ ਗੁੱਸੇ ਵਿੱਚ ਬੈਠਾ ਵਲੀ ਕੰਧਾਰੀ। ਇਹਨੇ ਜਵਾਬ ਦੇ ਦਿੱਤਾ, ਕਹਿੰਦਾ ਜਾਂਦਾ ਨਹੀਂ ਤੂੰ, ਜਾ ਚਲਾ ਜਾ ਇੱਥੋਂ, ਮੈਂ ਤੈਨੂੰ ਪਾਣੀ, ਤੂੰ ਪਾਣੀ ਦੀਆਂ 2 ਘੁੱਟਾਂ ਮੰਗਦਾ, ਮੈਂ 1 ਬੂੰਦ ਮਾਤਰ ਵੀ ਪਾਣੀ ਤੈਨੂੰ ਨਹੀਂ ਦੇਣਾ। ਤੋਏ ਨਾ ਜਲ ਦੇਵੋ ਕਿਸ ਬੇਰ। ਜੋ ਮਰਜੀ ਕਹਿ ਲੈ, ਜਿੰਨੇ ਮਰਜੀ ਤਰਲੇ ਕਰ ਲੈ, ਮਿੰਨਤਾਂ ਕਰ ਲੈ, ਮੈਂ ਤੈਨੂੰ ਪਾਣੀ ਨਹੀਂ ਦੇਣਾ। ਅਜ਼ਮਤ ਕੋ ਕਹਿ ਬਾਕ ਜਨਾਵਤ। ਤੂੰ ਕਹਿਣਾ ਕਿ ਤੇਰਾ ਜਿਹੜਾ ਪੀਰ ਆ ਨਾਨਕ ਤਪਾ, ਉਹ ਬੜਾ ਅਜਮਤੀ ਹੈ, ਉਹਦੀਆਂ ਕਰਾਮਾਤਾਂ, ਉਹਦੀਆਂ ਅਜਮਤਾਂ ਮੇਰੇ ਕੋਲ ਆ ਕੇ ਤੈਂ ਦਸੀਆਂ ਨੇ। ਪੀਨ ਹੇਤ ਕਰ ਨੀਰ ਨ ਪਾਵਤ। ਤੇ ਜੇ ਏਡਾ ਹੀ ਅਜਮਤੀ ਆ ਤੇ ਤੈਨੂੰ ਪੀਣ ਵਾਸਤੇ ਪਾਣੀ ਨਹੀਂ ਦੇ ਸਕਦਾ, ਪੀਣ ਵਾਸਤੇ ਤੈਨੂੰ ਜਲ ਨਹੀਂ ਦੇ ਸਕਦਾ, ਮੇਰੇ ਕੋਲ ਬਾਰ-ਬਾਰ ਭੇਜਦਾ। ਰਿਸਕੋ ਹੀਰ ਹਟਿਓ ਮਰਦਾਨਾ। ਜਾ ਚਲਾ ਜਾ ਇੱਥੋਂ। ਏਦਾਂ ਗੁੱਸੇ ਵਿੱਚ ਆ ਕੇ ਨੇ ਭਾਈ ਮਰਦਾਨੇ ਨੂੰ ਟੋਰਿਆ। ਭਾਈ ਮਰਦਾਨਾ ਜੀ ਨੇ ਵੇਖਿਆ ਵੀ ਪੀਰ ਗੁੱਸੇ 'ਚ ਹੈ, ਇਹਦੇ ਨਾਲ ਹੁਣ ਹੋਰ ਕੋਈ ਗੱਲ ਕਰਨ ਦਾ ਫਾਇਦਾ ਨਹੀਂ ਹੈ, ਲਾਭ ਨਹੀਂ ਹੈ। ਭਾਈ ਸਾਹਿਬ ਜੀ ਉੱਥੋਂ ਵਾਪਸ ਮੁੜਾਏ। ਨਹਿ ਦੇ ਜਲ ਗੁਰ ਨਿਕਟ ਬਖਾਨਾ। ਸਤਿਗੁਰੂ ਜੀ ਦੇ ਕੋਲ ਆ ਕੇ ਭਾਈ ਮਰਦਾਨਾ ਜੀ ਨੇ ਆਖਿਆ, ਮਹਾਰਾਜ ਬੜਾ ਕੁਰਖਤ ਹੈ ਪੀਰ, ਪਾਤਸ਼ਾਹ ਪਾਣੀ ਨਹੀਂ ਦਿੰਦਾ। ਮੈਂ ਬੜੇ ਸਨਿਮਰ ਭਾਵ ਨਾਲ ਉਹਨੂੰ ਕਿਹਾ ਕਿ ਜਲ ਦਾਨ ਵਰਗਾ ਦਾਨ ਕਿਹੜਾ ਹੋ ਸਕਦਾ, ਪਰ ਮਹਾਰਾਜ ਉਹ ਨਹੀਂ ਪਾਣੀ ਦਿੰਦਾ, ਜਲ ਦਿੰਦਾ। ਸ਼੍ਰੀ ਨਾਨਕ ਸਭ ਅੰਤਰ ਜਾਮੀ। ਕਹਿੰਦਾ ਜੇ ਅਜਮਤੀ ਨੇ ਤੇਰੇ ਗੁਰੂ ਤੇ ਤੈਨੂੰ ਜਲ ਕਿਉਂ ਨਹੀਂ ਦਿੰਦੇ? ਜਾਣੀ ਜਾਣ ਅੰਤਰਯਾਮੀ ਸਤਿਗੁਰੂ ਜੀ ਨੇ ਜਾਣ ਲਿਆ, ਵਲੀ ਕੰਧਾਰੀ ਦੇ ਮਨ ਦੀ ਖੋਟ ਜਾਣ ਲਈ। ਸਭ ਵਿਦ ਜਾਨ ਪੀਰ ਕੀ ਖਾਮੀ। ਪੀਰ ਦੇ ਅੰਦਰ ਦੀ ਸਾਰੀ ਖਾਮੀ ਮੇਰੇ ਸਤਿਗੁਰੂ ਜੀ ਸਮਝ ਗਏ, ਜਾਣ ਗਏ। ਉਤੀ ਲਸ਼ਟ ਕਾ ਹਾਥ ਮਝਾਰੀ। ਖਾਲਸਾ ਜੀ ਸਤਿਗੁਰੂ ਜੀ ਆਪਣੇ ਹੱਥ ਵਿੱਚ ਇੱਕ ਸੋਟਾ ਰੱਖਿਆ ਕਰਦੇ ਸੀ ਯਾਤਰਾ ਦੇ ਦੌਰਾਨ। ਮਹਾਰਾਜ ਜੀ ਦੇ ਹੱਥ ਦੇ ਵਿੱਚ ਪਾਵਨ ਦਸਤ ਕਮਲਾਂ ਵਿੱਚ ਸੋਟਾ ਹੁੰਦਾ ਸੀ, ਜਿਹਨੂੰ ਆਸਾ ਵੀ ਲਿਖਿਆ ਭਾਈ ਗੁਰਦਾਸ ਜੀ ਨੇ। ਆਸਾ ਹੱਥ, ਆਸਾ ਨਾਮ ਸੋਟੇ ਦਾ ਹੁੰਦਾ। ਸਤਿਗੁਰਾਂ ਦੇ ਹੱਥ ਵਿੱਚ ਇੱਕ ਸੋਟਾ ਸੀ। ਜਿੱਥੇ ਬੈਠੇ ਸਨ ਪਹਾੜ ਦੀ ਜੜ ਵਿੱਚ, ਮਹਾਰਾਜ ਜੀ ਨੇ ਉਹ ਸੋਟਾ ਜ਼ੋਰ ਨਾਲ ਪਹਾੜ ਦੀ ਜੜ ਵਿੱਚ ਮਾਰਿਆ। ਤਿਸ ਗਿਰ ਕੀ ਜੜ ਮੇ ਤਬ ਮਾਰੀ। ਜ਼ੋਰ ਨਾਲ ਉਸ ਪਹਾੜ ਦੀ ਜੜ ਦੇ ਵਿੱਚ ਜਿਸ ਵਕਤ ਸਤਿਗੁਰਾਂ ਨੇ ਸੋਟੇ ਦਾ ਵਾਰ ਕੀਤਾ, ਸੀਤਲ ਜਲ ਨਿਰਮਲ ਤਿਸ ਕਾਲਾ। ਨਿਕਸਤ ਬਯੋ ਪ੍ਰਵਾਹ ਵਿਸਾਲਾ। ਜਿਸ ਵਕਤ ਸੋਟਾ ਮਾਰਿਆ ਤੇ ਨਿਰਮਲ ਸਾਫ ਪਵਿੱਤਰ ਜਲ ਦੀ ਨਿਰਮਲ ਧਾਰਾ ਉਸ ਪਹਾੜ ਦੀ ਜੜ ਵਿੱਚੋਂ ਵਹਿ ਟੁਰੀ। ਸਤਿ ਸ੍ਰੀ ਅਕਾਲ। ਬੜਾ ਹੀ ਸੁੰਦਰ ਨਿਰਮਲ ਸਾਫ ਜਲ। ਹੁਣ ਵੀ ਕਹਿੰਦੇ ਉਸ ਸਰੋਵਰ ਦਾ ਜਲ ਬਹੁਤ ਹੀ ਨਿਰਮਲ ਤੇ ਪਵਿੱਤਰ ਸਾਫ ਹੈ। ਉਸੇ ਤਰ੍ਹਾਂ ਉੱਥੇ ਵਹਿ ਰਿਹਾ ਹੈ ਜਲ ਦਾ। ਮਹਾਰਾਜ ਸੱਚੇ ਪਾਤਸ਼ਾਹ ਨੇ ਜਦੋਂ ਸੋਟੇ ਦਾ ਵਾਰ ਕੀਤਾ ਤੇ ਨਿਰਮਲ ਜਲ ਦੀ ਬੰਮ ਧਾਰ ਜਿਹੜੀ ਹੈ ਉਹ ਵਹਿ ਟੁਰੀ। ਵਲੀ ਕੰਧਾਰੀ ਕੋ ਜਲ ਜੇਤੋ। ਉੱਤੇ ਵਲੀ ਕੰਧਾਰੀ ਨੇ ਜਿਹੜਾ ਪਾਣੀ ਰੋਕ ਕੇ ਰੱਖਿਆ ਸੀ ਨਾ ਆਪਣੇ ਕੋਲ ਪਹਾੜ ਦੇ ਉੱਤੇ, ਗਿਰ ਮੈਂ ਪ੍ਰਵਿਸ਼ ਸ਼ੁਸ਼ਕ ਗਾਤੇ ਤੋ। ਉਹਦੇ
ਤਲਾਬ ਦਾ ਪਾਣੀ ਸਾਰਾ ਪਹਾੜ ਦੇ ਵਿੱਚ ਧੱਸ ਗਿਆ ਤੇ ਉਹਦਾ ਜਿਹੜਾ ਤਲਾਬ ਸੀ ਸਾਰਾ ਸੁੱਕ ਗਿਆ। ਜਿਹੜਾ ਉਹਨੇ ਭਰਿਆ ਹੋਇਆ ਸੀ ਨਾ ਉੱਤੇ ਪਾਣੀ, ਉਹ ਪਹਾੜ ਦੇ ਵਿੱਚ ਹੀ ਥੱਲੇ ਹੀ ਖੁਸ਼ਕ ਹੋ ਗਿਆ, ਅੰਦਰ ਹੀ ਚਲਾ ਗਿਆ, ਔਰ ਉਹਦਾ ਜਿੰਨਾ ਤਾਲ ਸੀ ਉਹ ਸਾਰਾ ਸੁੱਕ ਗਿਆ। ਬਿਕ ਅਚਰਜ ਕੋ ਠਾਨਿਓ ਧਿਆਨਾ, ਵਲੀ ਕੰਧਾਰੀ ਨੇ ਵੇਖਿਆ, ਬੜਾ ਅਚਰਜ ਹੋਇਆ ਕਿ ਪਾਣੀ ਅਚਾਨਕ ਪਹਾੜ ਦੇ ਵਿੱਚ ਕਿੱਧਰ ਧੱਸ ਗਿਆ। ਤਪ ਬਲ ਤੇ ਸੋ ਬਿਰਤਾਂਤ ਪਛਾਨਾ, ਇਹਨੇ ਧਿਆਨ ਧਾਰਿਆ, ਵੇਖਿਆ ਵੀ ਕਿੱਧਰ ਗਿਆ ਜਲ। ਆਪਣੀ ਤਪਸਵੀ ਸੀ ਨਾ, ਤਪ ਦੇ ਬਲ ਨਾਲ ਜਾਣਿਆ ਵੀ ਜਲ ਤਾਂ ਥੱਲੇ ਗੁਰੂ ਨਾਨਕ ਸਾਹਿਬ ਜੀ ਨੇ ਖਿੱਚ ਲਿਆ। ਤਿਸ ਛਿਨ ਭਾਰੀ ਸਿਲਾ ਵਿਸਾਲਾ, ਇੱਕ ਬੜੀ ਵੱਡੀ ਸਿਲਾ, ਬੜਾ ਵੱਡਾ ਪੱਥਰ ਸੀ, ਬੜਾ ਭਾਰੀ। ਅਜ਼ਮਤ ਤੇ ਪ੍ਰਹਾਰ ਤਿਸ ਕਾਲਾ, ਇਹਨੇ ਆਪਣੀ ਅਜ਼ਮਤ ਦੇ ਬਲ ਨਾਲ ਉਸ ਪੱਥਰ ਨੂੰ ਉੱਤੋਂ ਵਗਾ ਕੇ ਥੱਲੇ ਨੂੰ ਰੋੜ ਕੇ ਮਹਾਰਾਜ ਜਿੱਧਰ ਬੈਠੇ ਸਨ ਕਿ ਉਸ ਪੱਥਰ ਥੱਲੇ ਦੱਬ ਕੇ ਇਹਨਾਂ ਨੂੰ ਮਾਰ ਦੇਵਾਂ, ਇਸ ਮਨਸਾ ਨਾਲ। ਬੜਾ ਵਿਸ਼ਾਲ ਪੱਥਰ ਸੀ। ਡਾਕਟਰ ਭਾਈ ਵੀਰ ਸਿੰਘ ਸਾਹਿਬ ਨੇ ਲਿਖਿਆ ਥੱਲੇ ਟਿੱਪਣੀ ਦਿੰਦਿਆਂ, ਕਹਿੰਦੇ ਅਸੀਂ ਜਾ ਕੇ ਦਰਸ਼ਨ ਕੀਤੇ ਹਨ ਕਿ ਜਦੋਂ ਵੇਖਿਆ ਕਿ ਉਹ ਪੱਥਰ ਦੇ ਥੱਲੇ ਆਉਣ ਦੇ ਜਿਹੜੇ ਨਿਸ਼ਾਨ ਨੇ, ਕਹਿੰਦੇ ਕਿਤੇ ਕਿਤੇ ਦਿਸਦੇ ਸੀ, ਪਰ ਨਵੀਆਂ ਇਮਾਰਤਾਂ ਬਣਦਿਆਂ ਨਵੀਆਂ ਉਸਾਰੀਆਂ ਜਾਂ ਹੋਰ ਕੁਝ ਨਵੇਂ ਤਰੀਕਿਆਂ ਨਾਲ, ਕਹਿੰਦੇ ਜਿਹੜੀਆਂ ਪੁਰਾਤਨ ਨਿਸ਼ਾਨੀਆਂ ਸਨ ਉਹ ਸਿਮਟ ਗਈਆਂ ਹਨ। ਹੁਣ ਉੱਥੇ ਉਹ ਬਹੁਤੇ ਨਿਸ਼ਾਨ ਨਜ਼ਰ ਨਹੀਂ ਆਉਂਦੇ। ਕਹਿੰਦੇ ਪਹਿਲਾਂ ਬਜ਼ੁਰਗ ਦੱਸਦੇ, ਕੁਝ ਅਸੀਂ ਵੀ ਵੇਖੀਆਂ ਨੇ ਕਿ ਉਸ ਪੱਥਰ ਦੇ ਥੱਲੇ ਆਉਣ ਦੇ ਕਿਤੇ ਕਿਤੇ ਨਿਸ਼ਾਨ ਨਜ਼ਰ ਆਉਂਦੇ ਸਨ। ਬੜਾ ਵਿਸ਼ਾਲ ਪੱਥਰ ਹੈ, ਉਸ ਨੂੰ ਬੜੀ ਅਜ਼ਮਤ ਦੇ ਬਲ ਨਾਲ, ਜਿਹੜਾ ਪੱਥਰ ਕਈ ਬੰਦਿਆਂ ਦੇ ਕੋਲੋਂ ਵੀ ਨਾ ਹਿੱਲੇ, ਇਹਨੇ ਆਪਣੀ ਕਰਾਮਾਤ ਦੇ ਬਲ ਨਾਲ ਪਹਾੜ ਤੋਂ ਥੱਲੇ ਸੁੱਟਿਆ। ਚਲੀ ਬੇਗ ਤੇ ਤਰੂ ਕੋ ਤੋਰਤ, ਪੱਥਰ ਇੰਨੀ ਤੇਜ਼ੀ ਦੇ ਨਾਲ ਉੱਤੋਂ ਰਿੜਦਾ ਥੱਲੇ ਨੂੰ ਆ ਰਿਹਾ ਹੈ ਕਿ ਦਰਖਤ ਜਿੰਨੇ ਰਸਤੇ ਵਿੱਚ ਆਉਂਦੇ ਨੇ, ਉਹਨਾਂ ਦਰਖਤਾਂ ਨੂੰ ਤੋੜਦਾ ਹੋਇਆ ਪੱਥਰ ਅੱਗੇ ਵਧ ਰਿਹਾ ਹੈ। ਮਗ ਮੈਂ ਅਪਰ ਸਿਲਨ ਕੋ ਫੋਰਤ, ਰਸਤੇ ਵਿੱਚ ਜਿਹੜੀਆਂ ਹੋਰ ਨਿੱਕੀਆਂ ਨਿੱਕੀਆਂ ਸਿਲਾਵਾਂ, ਪੱਥਰ ਛੋਟੇ ਛੋਟੇ ਆਉਂਦੇ ਨੇ, ਉਹਨਾਂ ਨੂੰ ਤੋੜਦਾ ਹੋਇਆ ਉਹ ਪੱਥਰ ਲੰਘਦਾ ਜਾ ਰਿਹਾ ਹੈ, ਉਹਨਾਂ ਨੂੰ ਚੂਰਨ ਬਣਾਉਂਦਾ ਹੋਇਆ ਜਾ ਰਿਹਾ ਹੈ। ਜਲ ਰੋਕਨ ਕੋ ਆਵਤ ਧਾਈ, ਉਹ ਪੱਥਰ ਮਾਨੋ ਜਿਹੜਾ ਜਲ ਥੱਲੇ ਨਿਕਲਿਆ ਸੀ ਉਹਨੂੰ ਰੋਕਣ ਵਾਸਤੇ ਵੀ ਉੱਥੇ ਉਹ ਪੱਥਰ ਲਾ ਦਿਆਂ ਤੇ ਪਾਣੀ ਰੋਕ ਦਿਆਂ, ਏਦਾਂ ਦੌੜਿਆ ਆ ਰਿਹਾ ਪੱਥਰ ਤੇਜ਼ੀ ਨਾਲ। ਵਜਰ ਸਮਾਨ ਸੁਨਾਦੇ ਉਠਾਈ, ਕਹਿੰਦੇ ਜਿਵੇਂ ਅੰਦਰ ਦਾ ਵਜਰ ਪੈਂਦਾ ਕਿਸੇ ਪਹਾੜ ਤੇ ਆਵਾਜ਼ ਆਉਂਦੀ ਹੈ, ਏਦਾਂ ਉਸ ਪੱਥਰ ਦੇ ਰੁੜ ਕੇ ਆਉਣ ਦੀ ਆਵਾਜ਼ ਆਉਂਦੀ ਹੈ, ਵਜਰ ਦੇ ਸਮਾਨ। ਅਜ਼ਮਤ ਨਿਜ ਅਜ਼ਮਤ ਜੁਤ ਦੇਖੀ, ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਨੇ ਆਪਣੀ ਅਜ਼ਮਤ ਨਾਲ ਪੀਰ ਵਲੀ ਕੰਧਾਰੀ ਦੀ ਅਜ਼ਮਤ ਨੂੰ ਵੇਖਿਆ। ਚਲੇ ਅਛਾਦਨ ਆਏ ਬਿਸ਼ੇਖੀ, ਪਾਤਸ਼ਾਹ ਨੇ ਜਾਣਿਆ ਕਿ ਇਹ ਪੱਥਰ ਇਸ ਪਾਣੀ ਨੂੰ ਰੋਕਣ ਵਾਸਤੇ ਔਰ ਸਾਨੂੰ ਦੱਬਣ ਵਾਸਤੇ ਉਹਨੇ ਟੋਰਿਆ ਹੈ। ਸ਼੍ਰੀ ਗੁਰ ਨੇ ਤਬ ਹਾਥ ਪਸਾਰਾ, ਜਦੋਂ ਪੱਥਰ ਬਿਲਕੁਲ ਨੇੜੇ ਆ ਗਿਆ ਸਾਹਿਬਾਂ ਦੇ, ਪਾਤਸ਼ਾਹ ਨੇ ਆਪਣਾ ਸੋਹਣਾ ਜਿਹਾ ਪਾਵਨ ਪਵਿੱਤਰ ਦਸਤ ਕਮਲ ਹੱਥ ਉਤਾਂਹ ਨੂੰ ਕੀਤਾ। ਇਸ ਆਵਤ ਕੇ ਕੀਨ ਅਗਾਰਾ, ਉਹ ਜਿਹੜਾ ਪੱਥਰ ਆਇਆ ਸੀ, ਉਸ ਪੱਥਰ ਨੂੰ ਪਾਤਸ਼ਾਹ ਨੇ ਰੋਕਣ ਵਾਸਤੇ ਆਪਣਾ ਸੋਹਣਾ ਹੱਥ ਅੱਗੇ ਕੀਤਾ ਤੇ ਪੱਥਰ ਨੂੰ ਰੋਕ ਲਿਆ ਪਾਤਸ਼ਾਹ ਨੇ ਆਪਣੇ ਹੱਥ ਨਾਲ। ਸਹਿਜ ਸੁਭਾਇਕ ਬੈਠੇ ਰਹੇ, ਔਰ ਜਿਵੇਂ ਕੋਈ ਮੋਮ ਜੀ ਦੀ ਚੀਜ਼ ਹੋਵੇ, ਹੌਲੀ ਜੀ ਰੋਕ ਨਹੀਂ ਲਈਦੀ, ਏਦਾਂ ਸਹਿਜ ਸੁਭਾਇਕ ਅਡੋਲ ਹੀ ਬੈਠੇ ਰਹੇ। ਮਹਾਰਾਜ ਜੀ ਨੇ ਪਾਵਨ ਹੱਥ ਨਾਲ ਉਸ ਪੱਥਰ ਨੂੰ ਰੋਕ ਲਿਆ। ਸੋ ਰੋਕੀ ਜਲ ਉਪਰ ਆਏ, ਜਿੱਥੋਂ ਪਾਣੀ ਨਿਕਲ ਰਿਹਾ ਸੀ ਚਸ਼ਮਾ, ਉਹਦੇ ਉੱਤੇ ਬਿਲਕੁਲ ਮਹਾਰਾਜ ਜੀ ਨੇ ਉਸ ਪੱਥਰ ਦੀ ਸਿਲਾ ਨੂੰ ਰੋਕ ਲਿਆ। ਮਹਾਪ੍ਰਵਾਹ ਨੀਰ ਕੋ ਚਾਲੇ, ਥੱਲੇ ਉਹਦੇ ਬੜਾ ਮਹਾ ਨਿਰਮਲ ਪ੍ਰਵਾਹ ਜਲ ਦਾ ਵਹਿ ਰਿਹਾ ਹੈ। ਠਹਿਰੀ ਉਪਰ ਸਿਲਾ ਵਿਸ਼ਾਲੇ, ਉਸੇ ਚਸ਼ਮੇ ਦੇ ਉੱਤੇ ਮਹਾਰਾਜ ਜੀ ਨੇ ਉਸ ਸਿਲਾ ਨੂੰ, ਉਸ ਪੱਥਰ ਨੂੰ ਪਾਤਸ਼ਾਹ ਨੇ ਰੋਕ ਲਿਆ। ਰੁਕਿਓ ਨਾ ਨੀਰ ਪੀਰ ਨੇ ਜਾਨੀ, ਮਹਾਰਾਜ ਜੀ ਨੇ ਜਲ ਨਹੀਂ ਰੁਕਣ ਦਿੱਤਾ। ਪੀਰ ਨੂੰ ਪਤਾ ਲੱਗਾ ਵੀ ਪਾਣੀ ਨਹੀਂ ਰੁਕਿਆ, ਉਹਨਾਂ ਨੇ ਪੱਥਰ ਰੋਕ ਲਿਆ ਹੈ। ਨਿਜ ਅਜ਼ਮਤ ਪੁਨ ਲਾਏ ਮਾਨੀ, ਉਹਨੇ ਆਪਣੀ ਅਜ਼ਮਤ ਦਾ ਜ਼ੋਰ ਲਾਇਆ ਵਲੀ ਕੰਧਾਰੀ ਨੇ,
ਆਪਣੀ ਕਰਾਮਾਤ ਦਾ ਬਲ ਲਾਇਆ ਜਿੰਨਾ ਉਹਦੇ ਵਿੱਚ ਸੀਗਾ। ਕਰੀ ਤਕਾਵਨ ਸਿਲਾ ਅਗਾਰੀ, ਇਹਨੇ ਉਹ ਸਿਲਾ ਨੂੰ ਆਪਣੇ ਜ਼ੋਰ ਨਾਲ ਧੱਕਿਆ, ਆਪਣੀ ਕਰਾਮਾਤ ਦੇ ਜ਼ੋਰ ਨਾਲ, ਜ਼ਿਆਦਾ ਜ਼ੋਰ ਨਾਲ ਧੱਕਿਆ। ਸਗਰੋ ਓਜ ਲਾਏ ਨਿਜ ਭਾਰੀ, ਵਲੀ ਕੰਧਾਰੀ ਚ ਜਿੰਨਾ ਜ਼ੋਰ ਸੀ ਸਾਰਾ ਜ਼ੋਰ ਲਾ ਲਿਆ। ਹਾਥ ਬਜਰ ਸਮ ਧਸਿਓ ਮਝਾਰੀ, ਇਹ ਜਿੰਨਾ ਜ਼ੋਰ ਪਾ ਕੇ ਪੱਥਰ ਨੂੰ ਅੱਗੇ ਧੱਕਦਾ ਹੈ, ਸਤਿਗੁਰਾਂ ਦਾ ਪਾਵਨ ਦਸਤ ਕਮਲ ਉਸ ਪੱਥਰ ਦੇ ਵਿੱਚ ਧਸਦਾ ਜਾ ਰਿਹਾ ਹੈ। ਏਦਾਂ ਧਸਦਾ ਜਾ ਰਿਹਾ ਮਾਨੋ ਜਿਵੇਂ ਕਿਸੇ ਮੋਮ ਦੀ ਸ਼ੈ ਵਿੱਚ ਹੱਥ ਧਸਦਾ ਹੋਵੇ। ਬਜਰ ਦੇ ਸਮਾਨ ਮਹਾਰਾਜ ਜੀ ਦਾ ਹੱਥ ਉਸ ਪੱਥਰ ਦੀ ਸਿਲਾ ਦੇ ਵਿੱਚ ਧਸਦਾ ਜਾ ਰਿਹਾ ਹੈ। ਉਹ ਪੰਜਾ ਅੱਜ ਵੀ ਉਸ ਪੱਥਰ ਵਿੱਚ ਲੱਗਾ ਹੋਇਆ ਹੈ, ਜਿਸ ਕਰਕੇ ਉਸ ਪਾਵਨ ਅਸਥਾਨ ਦਾ ਨਾਮ ਸਾਰੇ ਸੰਸਾਰ ਵਿੱਚ ਪ੍ਰਗਟ ਹੋਇਆ, ਗੁਰਦੁਆਰਾ ਸ੍ਰੀ ਪੰਜਾ ਸਾਹਿਬ। ਸਤਿ ਸ੍ਰੀ ਅਕਾਲ। ਉਹ ਪੰਜੇ ਦੇ ਹੁਣ ਵੀ ਉਸ ਪੱਥਰ ਦੇ ਵਿੱਚ ਦੀਦਾਰ ਹੁੰਦੇ ਹਨ, ਦਰਸ਼ਨ ਹੁੰਦੇ ਹਨ। ਰਹੀ ਅਟਕ ਲਖ ਵਲੀ ਕੰਧਾਰੀ, ਜਦੋਂ ਵਲੀ ਕੰਧਾਰੀ ਨੇ ਵੇਖਿਆ ਕਿ ਇਹ ਸਿਲਾ ਅਟਕ ਰਹੀ ਹੈ, ਇਹ ਨਹੀਂ ਜਾਂਦੀ ਅੱਗੇ, ਉਹਨਾਂ ਨੇ ਆਪਣੇ ਪਾਵਨ ਹੱਥ ਦੇ ਨਾਲ ਇਸ ਨੂੰ ਰੋਕ ਰੱਖਿਆ ਔਰ ਉਹਨਾਂ ਦਾ ਹੱਥ ਵੀ ਇਸ ਸਿਲਾ ਦੇ ਵਿੱਚ ਧਸ ਗਿਆ। ਆਪਣੀ ਸ਼ਕਤ ਅਲਪ ਵਿਚਾਰੀ, ਫਿਰ ਇਹਨੂੰ ਸਮਝ ਆਈ ਕਿ ਮੈਂ ਤਾਂ ਕੱਖ ਵੀ ਨਹੀਂ ਹਾਂ, ਮੈਂ ਤਾਂ ਕੁਝ ਵੀ ਨਹੀਂ ਹਾਂ। ਫਿਰ ਇਹਨੂੰ ਇਹ ਸਮਝ ਆਈ ਕਿ ਮੈਂ ਤਾਂ ਕੁਝ ਵੀ ਨਹੀਂ, ਮੈਂ ਤਾਂ ਕੱਖ ਵੀ ਨਹੀਂ। ਮੈਂ ਤਾਂ ਸਮਝਦਾ ਸੀ ਬੜਾ ਕਰਾਮਾਤੀ ਹਾਂ, ਪਰ ਇਹ ਜਿਹੜੇ ਅੱਗੇ ਆਏ ਨੇ ਤਾਂ ਬੜੇ ਵਲੀ ਪੁਰਸ਼ ਨੇ, ਕਰਾਮਾਤੀ ਨੇ, ਵਾਕਈ ਅਜਮਤੀ ਨੇ। ਇਹਨੂੰ ਆਪਣੇ ਬਲ ਦੀ ਸਮਝ ਪੈ ਗਈ। ਕਿਸੇ ਨੂੰ ਵਿਆਹ ਦੇ ਵਿੱਚ ਮਿਲਣੀ ਦੇ ਦੌਰਾਨ ਮੁੰਦਰੀ ਪੈ ਗਈ ਹੱਥ ਵਿੱਚ, ਮੁੰਦਰੀ ਪਈ ਹੱਥ ਵਿੱਚ ਤੇ ਲੋਕਾਂ ਨੂੰ ਹੱਥ ਉਤਾਂਹ ਕਰ ਕਰਕੇ ਗੱਲਾਂ ਕਰੇ ਤੇ ਵਿਖਾਵੇ ਵੀ ਮੇਰੇ ਹੱਥ ਵਿੱਚ ਮੁੰਦਰੀ ਹੈ। ਕਦੇ ਕਿਸੇ ਮਠਿਆਈ ਨੂੰ ਖਾਣ ਲੱਗੇ, ਕਦੇ ਕਿਸੇ ਦਾ ਹਾਲ ਚਾਲ ਪੁੱਛੇ ਤੇ ਹੱਥ ਉਹੀ ਉੱਤੇ ਕਰੇ, ਹਾਂ ਬਈ ਕੀ ਹਾਲ ਹੈ। ਇੱਕ ਦਿਨ ਕਿਸੇ ਹਲਵਾਈ ਦੀ ਦੁਕਾਨ ਤੇ ਗਿਆ ਤੇ ਮਠਿਆਈਆਂ ਪਈਆਂ ਵੇਖੀਆਂ ਤੇ ਉਹੀ ਉਂਗਲੀ ਜਿਹਦੇ 'ਚ ਮੁੰਦਰੀ ਪਾਈ ਹੋਈ ਅੱਗੇ ਕਰ ਕਰ ਪੁੱਛੇ, ਇਹ ਮਠਿਆਈ ਦਾ ਕੀ ਰੇਟ ਹੈ, ਆਹ ਮਠਿਆਈ ਦਾ ਕੀ ਮੁੱਲ ਹੈ, ਇਹਦਾ ਕੀ ਮੁੱਲ ਹੈ। ਹਲਵਾਈ ਵੇਖੀ ਜਾਵੇ ਵੀ ਇਹ ਮੁੱਲ ਮਠਿਆਈ ਦਾ ਨਹੀਂ ਪਿਆ ਪੁੱਛਦਾ, ਇਹ ਮੁੱਲ ਇਹ ਵਿਖਾਉਂਦਾ ਹੈ ਆਪਣੀ ਪਾਈ ਹੋਈ ਹੱਥ ਦੀ ਅੰਗੂਠੀ ਨੂੰ ਵੀ ਮੇਰੇ ਹੱਥ 'ਚ ਮੁੰਦਰੀ ਹੈ। ਅਖੀਰ ਨੂੰ ਹਲਵਾਈ ਕੋਲੋਂ ਨਾ ਰਿਹਾ ਗਿਆ, ਉਹਨੇ ਆਪਣੇ ਹੱਥ ਦੇ ਵਿੱਚ ਬੜਾ ਸੁੰਦਰ ਬਾਜੂ ਬੰਦ ਪਾਇਆ ਕਈ ਤੋਲਿਆਂ ਦਾ ਤੇ ਉੱਤੋਂ ਕੱਪੜਾ ਲਪੇਟਿਆ ਹੋਇਆ ਸੀ। ਕਹਿੰਦਾ ਤੂੰ ਮੁੰਦਰੀ ਵਿਖਾਉਣਾ, ਫਿਰ ਹੁਣ ਵਿਖਾਣ ਵਾਸਤੇ ਤੈਨੂੰ ਵੀ ਕੁਝ ਵਿਖਾਣਾ ਪਵੇਗਾ, ਤੇਰਾ ਮਾਣ ਖਤਮ ਹੋਵੇ। ਉਹਨੇ ਕੀ ਕੀਤਾ, ਆਪਣੀ ਬਾਂਹ ਕੱਪੜੇ ਚੋਂ ਬਾਹਰ ਕੱਢੀ, ਬਾਜੂਬੰਦ ਵਾਹਵਾ ਮੋਟਾ, ਮੰਨ ਲਓ ਜਿਵੇਂ ਅੱਧੇ ਕਿਲੋ ਦਾ ਹੋਵੇ ਸੋਨੇ ਦਾ, ਹੱਥ ਨੂੰ ਏਦਾਂ ਕਰਕੇ ਕਹਿੰਦਾ ਸਭਾਂ ਦਾ ਇੱਕੋ ਹੀ ਰੇਟ ਹੈ, ਜਿਹੜੀ ਮਰਜ਼ੀ ਲੈ ਲੈ। ਜਦੋਂ ਉਹਦੇ ਹੱਥ 'ਚ ਬਾਜੂਬੰਦ ਵੇਖਿਆ ਤੇ ਫਿਰ ਆਪਣੀ ਮੁੰਦਰੀ ਲੁਕਾਉਂਦਾ ਫਿਰੇ। ਕਹਿਣ ਤੋਂ ਭਾਵ ਕਿਸੇ ਕੋਲ ਕੋਈ ਛੋਟੀ ਮੋਟੀ ਕਲਾ ਹੋਵੇ, ਉਹ ਕਹਿੰਦਾ ਵਿਖਾਈਏ, ਇਹਨੇ ਵੀ ਜ਼ੋਰ ਲਾਇਆ ਵਿਖਾਈ ਕਰਾਮਾਤ, ਪਰ ਜਦੋਂ ਅੱਗੇ ਕਰਾਮਾਤਾਂ ਦੇ ਸਮੁੰਦਰ ਨਾਲ ਵਾਹ ਪਿਆ ਤੇ ਕਹਿੰਦਾ ਮੇਰੀ ਕਰਾਮਾਤ ਤਾਂ ਕੁਝ ਵੀ ਨਹੀਂ, ਤੁੱਛ ਹੈ। ਉਸੇ ਵੇਲੇ ਮਨ ਦਾ ਮਾਣ ਤੇ ਹੰਕਾਰ ਇਹਦੇ ਹਿਰਦੇ ਦਾ ਜਾਂਦਾ ਰਿਹਾ। ਰੁਕ ਨਾ ਸਕਿਓ ਚਲੀ ਬਹੁ ਬਾਰੀ, ਕਹਿੰਦੇ ਪਾਣੀ ਨਹੀਂ ਰੋਕ ਸਕਿਆ, ਜਲ ਨਹੀਂ ਰੋਕ ਸਕਿਆ, ਜਿਹੜਾ ਚੱਲੀ ਜਾ ਰਿਹਾ ਹੈ। ਅਬ ਲਗ ਥਾਨ ਬਿਦਤ ਜਗ ਮਾਈ, ਗੁਰ ਕਰ ਚਿੰਨ ਲਖਿਓ ਸਿਲ ਮਾਈ। ਮਹਾਕਵੀ ਰਾਜ ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਕਹਿੰਦੇ ਹੈ ਕਿ ਹਾਲੇ ਤੱਕ ਮਹਾਰਾਜ ਜੀ ਦੇ ਚਿੰਨ੍ਹ ਜਲ ਦਾ ਪ੍ਰਵਾਹ ਉੱਥੇ ਵਗਦਾ ਹੈ ਔਰ ਗੁਰੂ ਪਾਤਸ਼ਾਹ ਦੇ ਪਾਵਨ ਸੁੰਦਰ ਦਸਤ ਕਮਲਾਂ ਦਾ ਹੱਥ ਦਾ ਪੰਜਾ ਉਸ ਪੱਥਰ ਦੇ ਵਿੱਚ ਖੁੱਭਿਆ ਹੋਇਆ ਹੁਣ ਵੀ ਸੰਗਤਾਂ ਦਰਸ਼ਨ ਕਰਦੀਆਂ ਨੇ। ਮਹਾਰਾਜ ਜੀ ਦੇ ਪਾਵਨ ਹੱਥ ਦੀ ਸਪਰਸ਼ ਨਾਲ
ਪਵਿੱਤਰ ਹੋਏ ਉਸ ਪੱਥਰ ਦੇ ਵਿੱਚ ਪਾਤਸ਼ਾਹ ਦੇ ਪੰਜੇ ਦੇ ਦਰਸ਼ਨ ਕਰਦੀਆਂ ਹਨ। ਰਹੇ ਮਿਟਾਏ ਜਤਨ ਤੇ ਕੇਈ। ਭਾਈ ਸਾਹਿਬ ਕੋਲੇ ਖਬਰ ਪਹੁੰਚੀ, ਕਹਿੰਦੇ ਕਈਆਂ ਨੇ ਉਹਨੂੰ ਮਿਟਾਉਣ ਦਾ ਯਤਨ ਕੀਤਾ ਵੀ ਉਹ ਪੱਥਰ ਦੇ ਉੱਤੇ ਜਿਹੜਾ ਉਹ ਚਿੰਨ੍ਹ ਆ ਉਹਨੂੰ ਕਿਸੇ ਤਰੀਕੇ ਮਿਟਾਈਏ। ਕਹਿੰਦੇ ਬੜਿਆਂ ਨੇ ਯਤਨ ਕੀਤਾ ਪਰ ਉਸ ਚਿੰਨ੍ਹ ਨੂੰ ਮਹਾਰਾਜ ਜੀ ਦੇ ਪੰਜੇ ਦੇ ਉਸ ਨਿਸ਼ਾਨ ਨੂੰ ਕੋਈ ਮਿਟਾ ਨਹੀਂ ਸਕਿਆ। ਰਿਓ ਸੋ ਚਿੰਨ ਹਾਰੇ ਗੇ ਤੇਈ। ਜਿਨ੍ਹਾਂ ਨੇ ਮਿਟਾਉਣਾ ਚਾਹਿਆ ਉਹ ਹਾਰ ਗਏ, ਪਰ ਉਹ ਚਿੰਨ੍ਹ ਹਾਲੇ ਵੀ ਉਸੇ ਤਰ੍ਹਾਂ ਹੈ। ਜਲ ਪ੍ਰਵਾਹ ਤੈਸੀ ਵਿਧ ਆਏ। ਤੇ ਜਲ ਦਾ ਪ੍ਰਵਾਹ ਵੀ ਉਸੇ ਵਿਧੀ ਨਾਲ ਉੱਥੋਂ ਚੱਲ ਰਿਹਾ ਹੈ। ਨਿਰਮਲ ਚਲਤ ਬਹੁਤ ਨਿਤ ਰਹੇ। ਕਹਿੰਦੇ ਬੜਾ ਨਿਰਮਲ ਸਵੱਛ ਜਲ ਉੱਥੋਂ ਵਹਿੰਦਾ ਵਗਦਾ ਹੈ। ਅਲਪ ਆਪ ਕੋ ਪੀਰ ਪਛਾਨਾ। ਹੁਣ ਪੀਰ ਵਲੀ ਕੰਧਾਰੀ ਨੂੰ ਸੋਝੀ ਆਈ ਕਿ ਮੈਂ ਤਾਂ ਕੁਝ ਵੀ ਨਹੀਂ ਹਾਂ। ਪਹਿਲਾਂ ਸਮਝਦਾ ਸੀ ਹਾਂ ਕੁਝ, ਹੁਣ ਵੇਖਿਆ ਵੀ ਮੈਂ ਤਾਂ ਬਿਲਕੁਲ ਹੀ ਅਲਪ ਤੇ ਤੁੱਛ ਹਾਂ। ਸ਼ੀਗਰ ਆਏ ਗੁਰ ਪਗ ਲਪਟਾਨਾ। ਬੜੀ ਤੇਜ਼ੀ ਨਾਲ ਆਇਆ ਥੱਲੇ ਪਹਾੜ ਤੋਂ ਤੇ ਆਉਂਦਿਆਂ ਸਾਰ ਧੰਨ ਗੁਰੂ ਨਾਨਕ ਸਾਹਿਬ ਦੇ ਚਰਨਾਂ ਦੇ ਨਾਲ ਲਪਟ ਗਿਆ। ਗੁਰੂ ਬਾਬਾ ਜੀ ਦੇ ਚਰਨ ਆ ਕੇ ਵਲੀ ਕੰਧਾਰੀ ਨੇ ਪਕੜ ਲਏ। ਏ ਪ੍ਰਭ ਖਤਾ ਬਖਸ਼ੀਏ ਮੋਹੀ। ਏ ਪ੍ਰਭੂ ਤਰਾਹੇ ਮਮ ਤੋ ਸ਼ਰਣੰ। ਮਹਾਰਾਜ ਤੁਹਾਡੀ ਸ਼ਰਨ ਚ ਹਾਂ, ਤੁਹਾਡੀ ਸ਼ਰਨ ਵਿੱਚ ਹਾਂ, ਬਖਸ਼ ਲੋ ਗਰੀਬ ਨਵਾਜ, ਮੇਰੀ ਖਤਾ ਬਖਸ਼ ਲੋ। ਮੈਂ ਖਤਾਵੰਦ ਹਾਂ, ਬੜੀ ਵੱਡੀ ਖਤਾ ਕੀਤੀ ਹੈ, ਭੁੱਲ ਕੀਤੀ ਅਣਜਾਣ ਪੁਣੇ ਚ ਕੀਤੀ ਹੈ। ਮਹਾਰਾਜ ਗਰੀਬ ਨਵਾਜ ਸਾਹਿਬ ਜੀ ਆਪ ਜੀ ਕਿਰਪਾ ਕਰਕੇ ਬਖਸ਼ ਲੋ। ਨਹੀਂ ਮਹਾਤਮ ਜਾਣਿਓ ਤੋਈ। ਕਿਉਂਕਿ ਮਹਾਰਾਜ ਬੜੇ ਬੜੇ ਦੰਭੀ ਟੁਰੇ ਫਿਰਦੇ ਆ ਸੰਸਾਰ ਚ, ਉਹਨਾਂ ਦੇ ਚੇਲੇ ਕਹਿੰਦੇ ਰਹਿੰਦੇ ਆ ਲੋਕਾਂ ਨੂੰ ਸਾਡੇ ਪੀਰ ਅਜਮਤੀ ਨੇ। ਮੈਂ ਭਾਈ ਮਰਦਾਨੇ ਦੇ ਮੁਖੋਂ ਸੁਣ ਕੇ ਇਹੀ ਸਮਝ ਬੈਠਾ ਸੀ ਵੀ ਕੋਈ ਏਦਾਂ ਦਾ ਹੀ ਹੋਵੇਗਾ। ਨਹੀਂ ਸੀ ਜਾਣਦਾ ਕਿ ਮਹਾਰਾਜ ਤੁਸੀਂ ਵਲੀ ਪੁਰਸ਼ ਹੋ। ਮਹਾਰਾਜ ਆਪ ਜੀ ਦੀ ਬੇਅਦਬੀ ਕਰ ਬੈਠਾ, ਨਿਰਾਦਰ ਕਰ ਬੈਠਾ, ਆਪ ਜੀ ਬਖਸ਼ ਲਵੋ। ਹੋਏ ਪਰਲੋਕ ਸਹਾਏ ਵਿਸ਼ੇਸ਼ਾ। ਮਹਾਰਾਜ ਇਸ ਲੋਕ ਦੇ ਵਿੱਚ ਜੀਵਨ ਨਿਕਲ ਚੱਲਿਆ ਹੈ। ਗਰੀਬ ਨਵਾਜ ਤਰਸ ਕਰੋ, ਦਇਆ ਕਰੋ। ਮੈਂ ਸ਼ਾਇਦ ਇਸੇ ਕਰਕੇ ਜੀਵਤ ਬੈਠਾ ਸਾਂ ਕਿ ਤੁਸੀਂ ਆਓਗੇ ਤੇ ਤੁਹਾਡੀ ਸ਼ਰਨ ਚ ਪੈ ਕੇ ਬੇਨਤੀ ਕਰਾਂਗਾ ਕਿ ਮੇਰਾ ਪਰਲੋਕ ਸੁਹੇਲਾ ਕਰ ਦਿਓ। ਮਹਾਰਾਜ ਤਰਸ ਕਰੋ, ਮੇਰਾ ਪਰਲੋਕ ਸਵਾਰ ਦਿਓ, ਮੇਰਾ ਪਰਲੋਕ ਸੁਹੇਲਾ ਕਰ ਦਿਓ। ਅਸਮੋ ਕੋ ਕੀਜੇ ਉਪਦੇਸ਼ਾ। ਮਹਾਰਾਜ ਜੀ ਐਸਾ ਪਵਿੱਤਰ ਪਾਵਨ ਉਪਦੇਸ਼ ਆਪ ਜੀ ਆਪਣੇ ਮੁਖਾਰ ਬਿੰਦ ਚੋਂ ਮੇਰੇ ਪ੍ਰਤੀ ਕਰੋ। ਇਤਿਆਦਿਕ ਬਿਨਤੀ ਬਹੁ ਕਰੇ। ਜਿਹਦੇ ਨਾਲ ਮੇਰਾ ਪਰਲੋਕ ਸਬਰ ਜਾਵੇ। ਜਦੋਂ ਇਤਿਆਦਿਕ ਬੇਨਤੀਆਂ ਕੀਤੀਆਂ ਨਾ ਬਲੀ ਕੰਧਾਰੀ ਨੇ ਘਗਿਆ ਕੇ ਪਾਤਸ਼ਾਹ ਦੇ ਚਰਨਾਂ 'ਚ ਬਾਰੰਬਾਰ ਬੇਨਤੀਆਂ ਕੀਤੀਆਂ। ਸ਼ਰਦਾ ਕੋ ਉਰ ਨਿਸ਼ਚਾ ਧਰੇ। ਮਹਾਰਾਜ ਜੀ ਨੇ ਵੇਖਿਆ ਕਿ ਬਲੀ ਕੰਧਾਰੀ ਦਾ ਮਨ ਸ਼ਰਧਾ ਨਾਲ ਭਰਿਆ ਹੋਇਆ। ਇਸ ਵਕਤ ਇਹਦੇ ਮਨ 'ਚ ਕੋਈ ਮਾਣ ਨਹੀਂ ਹੈ। ਸ਼ਰਧਾਲੂ ਹੋ ਕੇ, ਸ਼ਰਧਾਵਾਨ ਹੋ ਕੇ ਸ਼ਰਨ ਵਿੱਚ ਆਇਆ। ਅਬ ਸ਼੍ਰੀ ਗੁਰ ਉਪਦੇਸ਼ ਬਖਾਨਾ। ਇਹਦਾ ਨਿਸ਼ਚਾ ਵੇਖਿਆ ਤੇ ਵੇਖ ਕੇ ਸਤਿਗੁਰੂ ਜੀ ਨੇ ਪਾਵਨ ਉਪਦੇਸ਼ ਆਪਣੇ ਮੁਖਾਰ ਬਿੰਦ 'ਚ ਇਸ ਨੂੰ ਦੇਂਦਿਆਂ ਫਰਮਾਇਆ। ਤੈਂ ਮਤ ਸਰ ਦੁੱਖ ਨਾਹਕ ਮਾਨਾ। ਮਹਾਰਾਜ ਜੀ ਕਹਿਣ ਲੱਗੇ ਬਲੀ ਕੰਧਾਰੀ ਜੀ ਤੁਸੀਂ ਨਾਹਕ ਹੀ ਸਾਡੇ ਨਾਲ ਈਰਖਾ ਕਰਕੇ ਦੁੱਖ ਮਨਾਈ ਬੈਠੇ ਸੀ। ਨਾਹਕ ਹੀ ਬਿਨਾਂ ਕਾਰਨ ਤੋਂ ਹੀ ਸਾਡੇ ਨਾਲ ਦਵੈਸ਼ ਤੇ ਈਰਖਾ ਕਰਕੇ ਦੁਖੀ ਹੋ ਰਹੇ ਸੀ। ਜਿਸ ਮੈਂ ਪ੍ਰਾਪਤ ਕਿਛੂ ਨਾ ਹੋਏ। ਬਲੀ ਕੰਧਾਰੀ ਜੀ ਜਿਹੜੀ ਈਰਖਾ ਹੈ ਨਾ ਮਤਸਰ ਕਿਸੇ ਨਾਲ ਵੀ ਕਰਨੀ, ਇਹ ਕਿਸੇ ਲਈ ਵੀ ਹਿਤੈਸ਼ੀ ਨਹੀਂ ਹੁੰਦੀ, ਕਿਸੇ ਲਈ ਵੀ ਸੁਖਦਾਈ ਨਹੀਂ ਹੁੰਦੀ। ਈਰਖਾ ਹਮੇਸ਼ਾ ਦੁੱਖ ਹੀ ਦਿੰਦੀ ਹੈ। ਕਿਸੇ ਨਾਲ ਵੀ ਈਰਖਾ ਕਰ ਲਵੋ ਉਹ ਈਰਖਾ ਦੁਖਦਾਈ ਹੋਵੇਗੀ। ਜਿਹੜਾ ਰੱਬ ਦਾ ਭਗਤ ਹੈ ਉਹਦੇ ਹਿਰਦੇ ਵਿੱਚ ਈਰਖਾ ਨਹੀਂ ਹੋਣੀ ਚਾਹੀਏ ਕਿਸੇ ਪ੍ਰਤੀ। ਈਰਖਾ ਹਮੇਸ਼ਾ ਦੁੱਖ ਦਿੰਦੀ ਹੈ, ਤਕਲੀਫ ਦਿੰਦੀ ਹੈ। ਹਰ ਹਿਰਦੇ ਕਰ ਤਿਆਗਿਓ ਸੋਏ।
ਔਰ ਖੇੜੇ ਵਿੱਚ ਰਹਿ ਕੇ ਆਪਣੇ ਹਿਰਦੇ ਚੋਂ ਜਿਹੜਾ ਗੁਰਮੁਖ ਹੈ ਉਹ ਈਰਖਾ ਨੂੰ ਤਿਆਗ ਦਿੰਦਾ ਹੈ। ਉਹ ਕਹਿੰਦਾ ਕਿਸ ਨਾਲ ਈਰਖਾ ਕਰਨੀ, ਜਦੋਂ ਸਭ ਵਿੱਚ ਉਸੇ ਦੀ ਜੋਤ ਵਰਤ ਰਹੀ ਹੈ ਤੇ ਫਿਰ ਈਰਖਾ ਕਿਸ ਨਾਲ ਕਰੀਏ। ਜਦੋਂ ਉਹੀ ਸਭ ਵਿੱਚ ਰਹਿ ਰਿਹਾ ਹੈ, ਉਹੀ ਸਭ ਵਿੱਚ ਵਰਤ ਰਿਹਾ ਹੈ, ਤੇ ਫਿਰ ਈਰਖਾ ਕਿਸ ਨਾਲ ਕਰੀਏ। ਬਿਸਰ ਗਈ ਸਭ ਤਾਤ ਪਰਾਈ, ਜਬ ਤੇ ਸਾਧ ਸੰਗਤ ਮੋਹਿ ਪਾਈ। ਕਹਿੰਦੇ ਹੁਣ ਹਿਰਦੇ ਦੀ ਜਿਹੜੀ ਈਰਖਾ ਸੀ, ਦਵੈਸ਼ ਸੀ, ਉਹ ਜਾਂਦੀ ਰਹੀ ਹੈ। ਗੁਰਮੁਖਾਂ ਦੇ ਹਿਰਦੇ ਵਿੱਚ ਇਉਂ ਭਾਵ ਹੈ, ਉਹ ਆਪਣੇ ਹਿਰਦੇ ਚੋਂ ਈਰਖਾ ਤਿਆਗ ਦਿੰਦੇ ਹਨ ਔਰ ਸਦਾ ਖੇੜੇ 'ਚ ਰਹਿੰਦੇ ਨੇ, ਹਰਖ ਵਿੱਚ ਆਨੰਦ ਵਿੱਚ ਵਰਤਦੇ ਹਨ। ਹਰ ਦਮ ਯਾਦ ਖੁਦਾਈ ਕਰੀਜੈ। ਖਾਲਸਾ ਜੀ, ਅੱਜ ਮਨੁੱਖ ਇਸ ਕਰਕੇ ਦੁਖੀ ਨਹੀਂ ਕਿ ਮੇਰੇ ਕੋਲੇ ਵਸਤੂ ਨਹੀਂ ਹੈ। ਅੱਜ ਦੇ ਅਜੋਕੇ ਸਮੇਂ ਵਿੱਚ ਉਹ ਮਨੁੱਖ ਦੁਖੀ ਨੇ ਜਿਹੜੇ ਇਹ ਵੇਖਦੇ ਨੇ ਵੀ ਦੂਜੇ ਕੋਲ ਕਿਉਂ ਹੈ। ਇਸ ਕਰਕੇ ਦੁਖੀ ਨਹੀਂ ਕਿ ਮੈਨੂੰ ਰੋਟੀ ਰੱਜ ਕੇ ਨਹੀਂ ਮਿਲਦੀ, ਇਸ ਕਰਕੇ ਦੁਖੀ ਨੇ ਵੀ ਦੂਜੇ ਨੂੰ ਕਿਉਂ ਮਿਲਦੀ ਹੈ। ਅੱਜ ਕੋਈ ਮਨੁੱਖ ਕਿਸੇ ਪ੍ਰਕਾਰ ਦੀ ਔਗਣਯਾਰੀ ਬਿਰਤੀ ਕਰਦਾ ਹੈ ਤਾਂ ਉਹਨੂੰ ਕੋਈ ਕਹੇ ਭਾਈ ਤੂੰ ਇਹ ਭੁੱਲ ਕਿਉਂ ਕਰਦਾ ਹੈ, ਤੇ ਉਹ ਇਹ ਨਹੀਂ ਕਹਿੰਦਾ ਮੈਂ ਕਰ ਰਿਹਾ, ਸਗੋਂ ਇਹ ਅੱਗੋਂ ਜਵਾਬ ਦਿੰਦਾ ਜੀ ਉਹ ਵੀ ਤਾਂ ਕਰਦਾ, ਉਹ ਵੀ ਤਾਂ ਕਰਦਾ, ਉਹ ਵੀ ਤਾਂ ਕਹਿੰਦਾ। ਦੂਸਰਿਆਂ ਉੱਤੇ ਕਟਾਕਸ਼ ਰੱਖਦਾ ਹੈ। ਯਾਨੀ ਕਿ ਈਰਖਾ ਵਸ ਹੋ ਕੇ ਮਨੁੱਖ ਅੱਜ ਦਾ ਈਰਖਾ ਦੀ ਅਗਨੀ ਵਿੱਚ ਦਗਧ ਹੋ ਰਿਹਾ ਹੈ। ਇਸ ਕਰਕੇ ਨਹੀਂ ਦੁਖੀ ਕਿ ਮੇਰੇ ਕੋਲ ਮਕਾਨ ਨਹੀਂ, ਇਸ ਕਰਕੇ ਦੁਖੀ ਆ ਦੂਜੇ ਕੋਲ ਕਿਉਂ ਹੈ। ਇਸ ਕਰਕੇ ਦੁਖੀ ਨਹੀਂ ਕਿ ਮੇਰੀ ਖੇਤ ਵਿੱਚ ਫਸਲ ਚੰਗੀ ਨਹੀਂ ਹੋਈ, ਇਸ ਕਰਕੇ ਦੁਖੀ ਹੈ ਕਿ ਦੂਜੇ ਦੇ ਖੇਤ ਵਿੱਚ ਮੇਰੇ ਤੋਂ ਵਧੀਆ ਫਸਲ ਕਿਉਂ ਹੋ ਗਈ ਹੈ। ਇਸ ਈਰਖਾ ਦੀ ਅਗਨੀ ਦੇ ਵਿੱਚ, ਇਹਨੂੰ ਮਤਸਰ ਕਹਿੰਦੇ ਨੇ, ਮਤਸਰ। ਇਸ ਈਰਖਾ ਦੀ ਅਗਨੀ ਵਿੱਚ ਪਾਤਸ਼ਾਹ ਕਹਿੰਦੇ ਬਲੀ ਕੰਧਾਰੀ ਜੀਵ ਸੜਦੇ ਨੇ। ਗੁਰਮੁਖ ਐਸੀ ਈਰਖਾ ਨਹੀਂ ਕਰਦੇ। ਉਹ ਕਹਿੰਦੇ ਪਰਮੇਸ਼ਰ ਦਾਤਾ ਹੈ, ਸਭ ਨੂੰ ਦੇ ਰਿਹਾ ਹੈ, ਉਹਦੀਆਂ ਦਿੱਤੀਆਂ ਦਾਤਾਂ ਨੂੰ ਸਾਰੇ ਪੁੰਚ ਰਹੇ ਨੇ। ਜੋ ਕਿਸੇ ਨੂੰ ਮਿਲਿਆ ਉਹਦੀ ਪਰਾਲਬਧ, ਜੋ ਮੈਨੂੰ ਮਿਲ ਰਿਹਾ ਹੈ ਮੇਰੀ ਪਰਾਲਬਧ ਹੈ, ਤੇ ਜੋ ਮੇਰੀ ਪਰਾਲਬਧ ਵਿੱਚ ਨਹੀਂ, ਮੈਨੂੰ ਨਹੀਂ ਮਿਲਿਆ, ਕਿਸੇ ਦੂਸਰੇ ਨੂੰ ਮਿਲ ਰਿਹਾ ਹੈ, ਤੇ ਫਿਰ ਉਹ ਮੇਰੇ ਵਿੱਚ ਕਮੀ ਹੈ, ਪਰਮੇਸ਼ਰ ਵਿੱਚ ਨਹੀਂ। ਮੈਂ ਕਿਸੇ ਨਾਲ ਈਰਖਾ ਕਿਉਂ ਕਰਾਂ। ਪਾਤਸ਼ਾਹ ਕਹਿੰਦੇ ਬਲੀ ਕੰਧਾਰੀ ਇਸ ਈਰਖਾ ਦੇ ਭਾਵ ਨੂੰ ਹਿਰਦੇ ਚੋਂ ਤਿਆਗ ਦੇ ਔਰ ਹਰ ਦਮ ਹਰ ਵੇਲੇ ਉਸ ਖੁਦਾ ਨੂੰ ਯਾਦ ਕਰੋ। ਮਾਨੁਖ ਤਨ ਸਫਲੋ ਕਰ ਲੀਜੈ। ਹਰ ਦਮ ਉਸ ਖੁਦਾ ਨੂੰ ਚੇਤੇ ਕਰੋ ਔਰ ਆਪਣੇ ਇਸ ਮਨੁੱਖੀ ਜਨਮ ਨੂੰ, ਆਪਣੇ ਇਸ ਮਨੁੱਖੀ ਸਰੀਰ ਨੂੰ ਸਫਲ ਕਰੋ। ਇਹ ਬੜਾ ਕੀਮਤੀ ਜਨਮ ਹੈ ਬਲੀ ਕੰਧਾਰੀ। ਲੋਕਾਂ ਨਾਲ ਈਰਖਾ ਕਰਦਿਆਂ ਨੂੰ ਅਜਾਈ ਨਾ ਗਵਾਓ। ਦਵੈਸ਼ ਦੀ ਅਗਨੀ ਵਿੱਚ ਸੜਦਿਆਂ ਕਿਰਜਦਿਆਂ ਇਹਨੂੰ ਅਜਾਈ ਨਾ ਗਵਾਓ। ਆਪਣੇ ਇਸ ਜਨਮ ਦੀ ਬਾਜੀ ਨੂੰ ਸਵਾਰੋ। ਹਰਦਮ ਪਰਮੇਸ਼ਰ ਦੀ ਅਕਾਲ ਪੁਰਖ ਦੀ ਬੰਦਗੀ ਕਰੋ। ਇਤਿਆਦਿਕ ਗੁਰ ਕੈ ਬੋ ਮਾਨਿਓ। ਸਤਿਗੁਰੂ ਜੀ ਨੇ ਜੋ ਉਪਦੇਸ਼ ਬਲੀ ਕੰਧਾਰੀ ਜੀ ਨੂੰ ਦਿੱਤਾ, ਬਲੀ ਕੰਧਾਰੀ ਨੇ ਉਪਦੇਸ਼ ਮਹਾਰਾਜ ਜੀ ਦਾ ਸੁਣਿਆ ਤੇ ਫਿਰ ਮੰਨਿਆ। ਮੰਨਿਆ ਹੀ ਨਹੀਂ, ਮੰਨਣ ਤੋਂ ਬਾਅਦ ਫਿਰ ਉਸ ਉਪਦੇਸ਼ ਦੀ ਕਮਾਈ ਕੀਤੀ। ਪਦ ਪੰਕਜ ਪ੍ਰਣਾਮ ਸੁਠਾਨਿਓ। ਗੁਰੂ ਪਾਤਸ਼ਾਹ ਦੇ ਪਵਿੱਤਰ ਪਾਵਨ ਚਰਨ ਕਮਲਾਂ ਤੇ ਬੜੇ ਅਦਬ ਨਾਲ, ਬੜੇ ਸਤਿਕਾਰ ਨਾਲ ਬਲੀ ਕੰਧਾਰੀ ਨੇ ਸਜਦਾ ਕੀਤਾ, ਪ੍ਰਣਾਮ ਕੀਤੀ ਹੈ। ਆਪਣੇ ਪੀਰ ਕਰੇ ਤਰ ਪ੍ਰੇਮਾ। ਔਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਨੂੰ ਬੜੇ ਪ੍ਰੇਮ ਭਾਵ ਸਹਿਤ ਆਪਣੇ ਪਾਸ ਰੱਖਿਆ। ਪ੍ਰਾਪਤ ਪਈ ਅਧਿਕ ਤਿਸ ਛੇਮਾ। ਗੁਰੂ ਸਾਹਿਬ ਦੀ ਸ਼ਰਨ 'ਚ ਰਹਿ ਕੇ ਬਲੀ ਕੰਧਾਰੀ ਨੂੰ ਤਪ ਕਰਦਿਆਂ ਜੋ ਸ਼ਾਂਤੀ ਨਹੀਂ ਸੀ ਮਿਲੀ, ਬੜਿਆਂ ਵਰਿਆਂ ਤੋਂ ਬੈਠਾ ਸੀ, ਮਨ ਨੂੰ ਸਕੂਨ ਨਹੀਂ ਸੀ ਮਿਲਿਆ, ਅੱਜ ਗੁਰੂ ਪਾਤਸ਼ਾਹ ਜੀ ਦੀ ਸ਼ਰਨ ਵਿੱਚ ਆ ਕੇ ਮਨ ਸ਼ਾਂਤ ਹੋ ਗਿਆ, ਮਨ ਨੂੰ ਚੈਨ ਪ੍ਰਾਪਤ ਹੋ ਗਿਆ। ਠਾਂਡ ਪਾਈ ਕਰਤਾਰੇ, ਤਾਪ ਛੋੜ ਗਿਆ ਪਰਵਾਰੇ। ਕਰਤਾਰ ਜੀ ਨੇ ਦਇਆ ਕੀਤੀ, ਹਿਰਦੇ 'ਚ ਠੰਡ ਵਰਤਾ ਦਿੱਤੀ। ਜਿੰਨਾ ਤਾਪ ਸੀ ਈਰਖਾ ਦਵੈਸ਼ ਦਾ, ਉਹ ਤਾਪ ਸਰੀਰ ਦੇ ਇੰਦਰੀਆਂ ਨੂੰ, ਅੰਤःਕਰਨ ਨੂੰ ਛੱਡ ਕੇ ਚਲਾ ਗਿਆ। ਦੋਹਰਾ
ਰਹਿਓ ਪੀਰ ਤਿਸ ਥਾਨਈ ਗੁਰੂ ਕੀਨ ਪ੍ਰਸਥਾਨ। ਪੀਰ ਜੀ ਨੂੰ ਐਸੇ ਜਗ੍ਹਾ ਤੇ ਛੱਡ ਕੇ ਆਖਿਆ ਪਰਉਪਕਾਰੀ ਬਿਰਤੀ ਰੱਖਣੀ ਹੈ ਪੀਰ ਜੀ ਸदैवी, ਇਹਨੂੰ ਇੱਥੇ ਛੱਡ ਕੇ ਆਪ ਜਗਤ ਗੁਰੂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਨੇ ਇੱਥੋਂ ਪ੍ਰਸਥਾਨ ਕੀਤਾ ਹੈ ਅਬ ਲਗ ਸੋ ਜਗਤ ਮੈਂ ਜਲ ਪ੍ਰਵਾਹ ਤਿਸ ਥਾਨ। ਮਹਾਕਵੀ ਜੀ ਕਹਿੰਦੇ ਅੱਜ ਤਾਈਂ ਹੁਣ ਵੀ ਉਸ ਜਗ੍ਹਾ ਤੇ ਉਹ ਜਲ ਦਾ ਨਿਰਮਲ ਪ੍ਰਵਾਹ ਛੁੱਟ ਰਿਹਾ ਹੈ। ਨਿਰਮਲ ਜਲ ਉੱਥੇ ਅੱਜ ਵੀ ਉਸੇ ਤਰ੍ਹਾਂ ਵਹਿ ਰਿਹਾ ਹੈ। ਇਹ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਚਿੰਨ੍ਹ ਨੇ, ਯਾਦ ਹੈ। ਜੋ ਪਈ ਜੈ ਕਾਬਲ ਕੋ ਨਗਰ ਸੁਹਾਵਾ। ਗਰੀਬ ਨਵਾਜ ਪਾਤਸ਼ਾਹ ਪੰਜਾ ਸਾਹਿਬ ਵਾਲਾ ਸਥਾਨ ਖਾਲਸਾ ਜੀ ਫਿਰ ਮਹਾਰਾਜ ਜੀ ਦਾ ਸਥਾਨ ਬਣਿਆ। ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਜਿਹੜੀ ਹੁਣ ਉੱਥੇ ਸੁੰਦਰ ਦਰਬਾਰ ਹੈ, ਉਹ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਜੀ ਦੇ ਸਮੇਂ ਬਣਿਆ ਹੈ। ਬੜਾ ਵੱਡਾ ਕੇਂਦਰ ਪ੍ਰਚਾਰ ਦਾ ਪੰਜਾ ਸਾਹਿਬ ਰਿਹਾ ਹੈ। ਬੜੇ ਬੜੇ ਨਾਮ ਰਸੀਏ ਅਭਿਆਸੀ ਗੁਰਸਿੱਖ ਪੰਜਾ ਸਾਹਿਬ ਵਿਖੇ ਪਾਰ ਬ੍ਰਹਮ ਪਰਮੇਸ਼ਰ ਦੀ ਬੰਦਗੀ ਦਾ ਪ੍ਰਚਾਰ ਪ੍ਰਸਾਰ ਕਰਦੇ ਰਹੇ ਨੇ। ਪੰਜਾਬ ਦੀ ਵੰਡ ਤੋਂ ਪਹਿਲਾਂ ਵਿਸਾਖੀ ਦਾ ਜਿਹੜਾ ਜੋੜ ਮੇਲਾ ਸੀ, ਸਮੁੱਚਾ ਖਾਲਸਾ ਪੰਥ ਪੰਜਾ ਸਾਹਿਬ ਵਿਖੇ ਮਨਾਇਆ ਕਰਦਾ ਸੀ। ਵਿਸਾਖੀ ਦਾ ਜਿਹੜਾ ਪੁਰਬ ਸੀ ਨਾ, ਬੜੇ ਵੱਡੇ ਪੱਧਰ ਤੇ ਪੰਥ ਨੇ ਪੰਜਾ ਸਾਹਿਬ ਜਾ ਕੇ ਮਨਾਉਣਾ। ਜਦੋਂ ਪੰਜਾਬ ਦੀ ਵੰਡ ਹੋ ਗਈ, ਉਸ ਵਕਤ ਫਿਰ ਵਿਸਾਖੀ ਦਾ ਜਿਹੜਾ ਪੁਰਬ ਹੈ ਉਹ ਹੁਣ ਖਾਲਸਾ ਪੰਥ ਦਮਦਮਾ ਸਾਹਿਬ ਗੁਰੂ ਕਾਸ਼ੀ ਵਿਖੇ ਮਨਾਉਂਦਾ ਹੈ। ਪਰ ਉਸ ਵਕਤ ਉਸ ਇਲਾਕੇ ਦੀ ਸੰਗਤ, ਇੱਧਰੋਂ ਵੀ ਜਿਹੜੇ ਪੰਜਾਬ ਦੀ ਬਹੁਤੀ ਸੰਗਤ ਜਿਹੜੀ ਹੈ ਉਹ ਪੰਜਾ ਸਾਹਿਬ ਜਾ ਕੇ ਵਿਸਾਖੀ ਦਾ ਪੁਰਬ ਮਨਾਉਂਦੇ ਹਨ। ਹੁਣ ਵੀ ਜਦੋਂ ਵੀਜੇ ਵਗੈਰਾ ਲੱਗਦੇ ਹਨ ਵਿਸਾਖੀ ਦੇ ਨੇੜੇ, ਤੇ ਪੰਜਾ ਸਾਹਿਬ ਜਾ ਕਰਕੇ ਜਥੇ ਪਹੁੰਚਦੇ ਹੈ। ਹੁਣ ਤਾਂ ਦੇਸ਼ਾਂ ਵਿਦੇਸ਼ਾਂ 'ਚੋਂ ਬਹੁਤ ਸਾਰੇ ਸਿੱਖ ਜਦੋਂ ਮਾਹੌਲ ਕੁਝ ਸੁਖਾਵਾਂ ਹੁੰਦਾ ਹੈ ਤੇ ਉੱਥੇ ਜਾ ਕੇ ਮਹਾਰਾਜ ਗੁਰੂ ਨਾਨਕ ਸਾਹਿਬ ਜੀ ਦੇ ਸਥਾਨਾਂ ਦੀ ਯਾਤਰਾ ਕਰਦੇ ਆ, ਵਿਸਾਖੀ ਦਾ ਜੋੜ ਮੇਲਾ ਮਨਾਉਂਦੇ ਆ। ਗੁਰੂ ਸਾਹਿਬ ਜੀ ਦੇ ਪੁਰਬ ਹੁਣ ਵੀ ਸਜਦੇ ਹਨ, ਪਰ ਖੁੱਲ੍ਹੇ ਦਰਸ਼ਨ ਦਿਦਾਰਿਆਂ ਦੀ ਮੰਗ ਪੰਥ ਦੀ ਹੁਣ ਵੀ ਗੁਰੂ ਚਰਨਾਂ ਵਿੱਚ ਨਿਰੰਤਰ ਜਾਰੀ ਹੈ। ਤੋ ਗਰੀਬ ਨਵਾਜ ਪਾਤਸ਼ਾਹ ਜੀ ਮਹਾਰਾਜ ਪੰਜਾ ਸਾਹਿਬ ਵਾਲੇ ਅਸਥਾਨ ਨੂੰ ਪਵਿੱਤਰ ਕਰਕੇ ਇੱਥੋਂ ਅੱਗੇ ਵਧੇ ਨੇ, ਜਿੱਥੇ ਬੜਾ ਪ੍ਰਸਿੱਧ ਨਗਰ ਹੈ ਕਾਬਲ। ਕਾਬਲ ਨੂੰ ਸਤਿਗੁਰੂ ਸੱਚੇ ਪਾਤਸ਼ਾਹ ਨੇ ਸਿੱਖੀ ਦਾ ਕੋਠਾ ਲਿਖਿਆ। 9ਵੇਂ ਪਾਤਸ਼ਾਹ 10ਵੇਂ ਪਾਤਸ਼ਾਹ ਦੇ ਸਮੇਂ ਦੇ ਹੁਕਮਨਾਮੇ ਕਾਬਲ ਦੀ ਸੰਗਤ ਵਾਸਤੇ ਗੁਰੂ ਸਾਹਿਬ ਜੀ ਦੇ ਮਿਲਦੇ ਹਨ, ਜਿਨ੍ਹਾਂ ਵਿੱਚ ਬਕਾਇਦਾ ਇਹ ਲਿਖਿਆ ਹੋਇਆ ਹੈ ਕਿ ਕਾਬਲ ਕੀ ਸੰਗਤ ਕੋ ਗੁਰੂ ਰੱਖੇਗਾ। ਕਾਬਲ ਸਿੱਖੀ ਦਾ ਕੋਠਾ ਹੈ। ਜਿਵੇਂ ਢਾਕੇ ਨੂੰ 9ਵੇਂ ਪਾਤਸ਼ਾਹ ਨੇ ਕਿਹਾ ਸੀ ਨਾ ਕਿ ਢਾਕਾ ਸਿੱਖੀ ਦਾ ਕੋਠਾ ਹੈ, ਇਸੇ ਤਰ੍ਹਾਂ ਕਾਬਲ ਦੇ ਇਲਾਕੇ ਨੂੰ ਵੀ ਪਾਤਸ਼ਾਹ ਨੇ ਸਿੱਖੀ ਦਾ ਕੋਠਾ ਲਿਖਿਆ। ਬੜਾ ਵੱਡਾ ਗੜ੍ਹ ਸੀ ਸਿੱਖੀ ਦਾ ਕਾਬਲ ਦੇ ਵਿੱਚ। ਜਦੋਂ ਜਿਵੇਂ ਜਿਵੇਂ ਉੱਥੋਂ ਉਜਾੜਾ ਪੈਂਦਾ ਰਿਹਾ, ਕਾਬਲ ਤੋਂ ਬਹੁਤ ਸਾਰੀਆਂ ਸੰਗਤਾਂ ਇੱਧਰ ਪੰਜਾਬ ਨੂੰ, ਕੁਝ ਦਿੱਲੀ ਨੂੰ ਆ ਗਈਆਂ। ਹੁਣ ਵੀ ਜਿਹੜੇ ਕਾਬਲ ਤੋਂ ਆਏ ਹੋਏ ਗੁਰਸਿੱਖ ਨੇ ਉਹ ਐਨ ਤਿਆਰ ਬਰ ਤਿਆਰ ਸਾਬਤ ਸੂਰਤ ਰਹਿੰਦੇ ਆ, ਕੇਸ ਕਤਲ ਨਹੀਂ ਕਰਾਉਂਦੇ, ਮਹਾਰਾਜ ਜੀ ਦੀ ਸਿੱਖੀ 'ਚ ਪਰਪੱਕ ਰਹਿੰਦੇ ਹਨ। ਬਹੁਤ ਸਾਰੇ ਵਿਦੇਸ਼ਾਂ ਦੇ ਵਿੱਚ ਵੀ ਕਾਬਲ ਦੇ ਸਿੱਖ ਚਲੇ ਗਏ ਤਾਂ ਉੱਥੇ ਉਜਾੜਾ ਹੁੰਦਾ ਕਿਉਂਕਿ ਹੁਣ ਬਹੁਤ ਜ਼ਿਆਦਾ ਉੱਥੇ ਸਿੱਖਾਂ ਦੀ ਜਿਹੜੀ ਗਿਣਤੀ ਹੈ ਉਹ ਕੇਵਲ ਬਹੁਤ ਹੀ ਸੂਖਮ ਰੂਪ 'ਚ ਹੀ ਹੋ ਗਈ ਹੈ। ਪਰ ਜਦੋਂ ਸਤਿਗੁਰੂ ਗੁਰੂ ਨਾਨਕ ਸਾਹਿਬ ਗਏ ਨੇ, ਉੱਥੇ ਸਿੱਖੀ ਦਾ ਬੀਜ ਗੁਰੂ ਨਾਨਕ ਸਾਹਿਬ ਨੇ ਬੀਜਿਆ ਹੈ। ਤੋ ਕਾਬਲ ਨਗਰ ਜਿਹੜਾ ਬੜਾ ਪ੍ਰਸਿੱਧ ਨਗਰ ਹੈ, ਜਹ ਕਾਬਲ ਕੋ ਨਗਰ ਸੁਹਾਵਾ, ਜਿੱਥੇ ਕਾਬਲ ਨਗਰ ਬੜਾ ਸੁੰਦਰ ਸ਼ੋਭਨੀਕ ਹੈ। ਤਿਸ ਮੈਂ ਪ੍ਰਵਸ਼ੇ ਦੁੱਖ ਬਨ ਦਾਵਾ। ਦੁੱਖਾਂ ਦੇ ਜੰਗਲ ਨੂੰ ਸਾੜਨ ਵਾਸਤੇ ਜੋ ਅਗਨੀ ਰੂਪ ਨੇ, ਐਸੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਉਸ ਸੁੰਦਰ ਕਾਬਲ ਨਗਰ ਦੇ ਵਿੱਚ ਆਏ ਹਨ। ਇੱਕ ਮਸੀਤ ਅਵਲੋਕੀ ਨੀਕੀ। ਕਾਬਲ ਦੇ ਵਿੱਚ ਇੱਕ ਬੜੀ ਸੁੰਦਰ ਮਸੀਤ ਮਸਜਿਦ ਬਣੀ ਹੋਈ ਹੈ।
ਉਸ ਮਸਜਿਦ ਵਿੱਚ ਸਤਿਗੁਰੂ ਸੱਚੇ ਪਾਤਸ਼ਾਹ ਜੀ ਆਏ ਹਨ। ਬੈਠਕ ਹੋਤੀ ਤੁਰਕ ਸਭ ਹੀ ਕੀ। ਉਹ ਤੁਰਕਾਂ ਦੀ ਬੈਠਕ ਸੀ, ਉੱਥੇ ਤੁਰਕ ਬਹਿੰਦੇ ਸੀ ਸਾਰੇ ਮਸੀਤ ਵਿੱਚ ਆ ਕੇ। ਇਸ ਕੇ ਮੱਧ ਜਾਏ ਕੀ ਡੇਰਾ। ਉਸ ਮਸੀਤ ਦੇ ਵਿੱਚ ਆ ਕੇ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਨੇ ਡੇਰਾ ਕੀਤਾ। ਆਨ ਮੁਲਾਨੇ ਗੁਰ ਕੋ ਹੀਰਾ। ਜਿਹੜਾ ਮਸੀਤ ਦਾ ਮੁੱਲਾ ਸੀ ਉਹਨੇ ਸਤਿਗੁਰੂ ਗੁਰੂ ਨਾਨਕ ਸਾਹਿਬ ਨੂੰ ਆ ਕੇ ਵੇਖਿਆ। ਉਹਨੇ ਵੇਖਿਆ ਵੀ ਇਹ ਕੌਣ ਹੈ ਕਾਫਰ ਜਿਹੜਾ ਸਾਡੀ ਮਸੀਤ 'ਚ ਸਾਡੀ ਜਗ੍ਹਾ ਤੇ ਆਣ ਬੈਠਾ ਹੈ। ਇੱਥੇ ਤਾਂ ਅਸੀਂ ਸਾਰੇ ਮੁਸਲਮਾਨ ਭਾਈਚਾਰੇ ਦੇ ਮੌਲਵੀ ਬਹਿੰਦੇ ਆ, ਇਹ ਕੌਣ ਆ ਕੇ ਸਾਡੀ ਜਗ੍ਹਾ ਤੇ ਬੈਠ ਗਿਆ। ਸਤਿਗੁਰੂ ਸੱਚੇ ਪਾਤਸ਼ਾਹ ਜੀ ਨਾਲ ਆ ਕੇ ਉਹਨੇ ਬਦਸਲੂਕੀ ਕੀਤੀ ਹੈ। ਪਾਤਸ਼ਾਹ ਇਹਨੂੰ ਵੀ ਅਕਲ ਦੇ ਰਹੇ ਹਨ। ਉਹ ਕਥਾ ਆਪ ਜੀ ਅਗਲਿਆਂ ਪ੍ਰਸੰਗਾਂ ਵਿੱਚ ਸਰਵਣ ਕਰੋਗੇ। ਧੰਨ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦੇ ਪਾਵਨ ਪਵਿੱਤਰ ਪ੍ਰਕਾਸ਼ ਗੁਰਪੁਰਬ ਦਿਹਾੜੇ ਦੀਆਂ ਇੱਕ ਵਾਰ ਫੇਰ ਗੁਰੂ ਕੀਆਂ ਸਾਜੀਆਂ ਨਵਾਜੀਆਂ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਹੋਵਣ। ਜਿਸ ਪਿਆਰੇ ਸਿਉ ਨੇਹੋ, 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 ਜਿਸ ਪਿਆਰੇ ਸਿਉ ਨੇਹੋ। ਤਿਸ ਆਗੈ ਮਰ ਚੱਲੀਐ, ਤਿਸ ਆਗੈ ਮਰ ਚੱਲੀਐ, ਤਿਸ ਆਗੇ ਮਰ ਚੱਲੀਐ, ਤਿਸ ਆਗੇ ਮਰ ਚੱਲੀਐ। ਤ੍ਰਿਗ ਜੀਵਨ ਸੰਸਾਰ, ਤ੍ਰਿਗ ਜੀਵਨ ਸੰਸਾਰ, ਤ੍ਰਿਗ ਜੀਵਨ ਸੰਸਾਰ, ਤ੍ਰਿਗ ਜੀਵਨ ਸੰਸਾਰ। ਤਾਂ ਕੈ ਪਾਛੈ ਜੀਵਣਾ, ਤਾਂ ਕੈ ਪਾਛੈ ਜੀਵਣਾ, ਤਾਂ ਕੈ ਪਾਛੇ ਜੀਵਣਾ, ਤਾਂ ਕੈ ਪਾਛੇ ਜੀਵਣਾ, ਤਾਂ ਕੈ ਪਾਛੈ ਜੀਵਣਾ, ਤਾਂ ਕੈ ਪਾਛੈ ਜੀਵਣਾ, ਤਾਂ ਕੈ ਪਾਛੇ ਜੀਵਣਾ, ਤਾਂ ਕੈ ਪਾਛੇ ਜੀਵਣਾ। ਕਿਸਹੀ ਕੋਈ ਕੋਏ, ਕਿਸਹੀ ਕੋਈ ਕੋਏ, ਕਿਸਈ ਕੋਈ ਕੋਏ, ਕਿਸਈ ਕੋਈ ਕੋਏ। ਮੰਝ ਨਿਮਾਣੀ ਇੱਕ ਤੂੰ, ਮੰਝ ਨਿਮਾਣੀ ਇੱਕ ਤੂੰ, ਮੰਝ ਨਿਮਾਣੀ ਇੱਕ ਤੂੰ, ਮੰਝ ਨਿਮਾਣੀ ਇੱਕ ਤੂੰ। ਵਾਹਿਗੁਰੂ ਵਾਹਿਗੁਰੂ, 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 ਵਾਹਿਗੁਰੂ ਵਾਹਿਗੁਰੂ। ਹੇ ਅਚੁੱਤ ਹੈ ਪਰ ਬ੍ਰਹਮ, ਅਬਨਾਸੀ ਅਗਨਾਸੀ, ਪੂਰਨ ਹੈ ਸਰਬ ਮੈਂ, ਦੁਖ ਭੰਜਨ ਗੁਣ ਤਾਸੀ, ਹੇ ਸੰਗੀ ਹੈ ਨਿਰੰਕਾਰ, ਹੇ ਨਿਰਗੁਣ ਸਭ ਟੇਕ, ਹੇ ਗੋਬਿੰਦ ਹੈ ਗੁਣ ਨਿਧਾਨ, ਜਾਂ ਕੀ ਸਦਾ ਬਵੇਕ, ਹੇ ਅਪਰੰਪਰ ਹਰ ਹਰੇ, ਹੈ ਪੀਓ ਅਣਹਾਰੇ, ਹੇ ਸੰਤਹ ਕੈ ਸਦਾ ਸੰਗ, ਨਿਧਾਰਾ ਆਧਾਰ, ਹੇ ਠਾਕੁਰ ਹਉ ਦਾਸਰੋ, ਮੈਂ ਨਿਰਗੁਣ
ਗੁਣ ਨਹੀਂ ਕੋਏ। ਨਾਨਕ ਦੀਜੈ ਨਾਮ ਦਾਨ ਰਾਖੋਈਐ ਪਰੋਏ। ਆਏ ਪ੍ਰਭ ਸ਼ਰਣਾਗਤੀ ਕਿਰਪਾ ਨਿਧ ਦਿਆਲ। ਏਕ ਅੱਖਰ ਹਰ ਮਨ ਬਸਤ ਨਾਨਕ ਹੋਤ ਨਿਆਲ। ਵਾਹਿਗੁਰੂ ਨਾਮ ਜਹਾਜ ਹੈ ਚੜੇ ਸੋ ਤੇਰੇ ਪਾਰ। ਜੋ ਸ਼ਰਦਾ ਕਰ ਸੇਵੰਦੇ ਗੁਰ ਪਾਰੀ ਉਤਾਰ ਨਿਆਰ। ਵਾਹਿਗੁਰੂ ਨਾਮ ਜਹਾਜ ਹੈ ਚੜੇ ਸੋ ਤੇਰੇ ਪਾਰ। ਜੋ ਸ਼ਰਦਾ ਕਰ ਸੇਵੰਦੇ ਗੁਰ ਪਾਰੀ ਉਤਾਰ ਨਿਆਰ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।